जी मैक्सी आज प्रेस कॉन्फ्रेंस की जा रही है की कारण है? देखो जी, सब तो पहला तो ਤੁਹਾਡਾ भी बहुत ਵੱਡਾ सहयोग इस अंदोलन ਦੇ ਵਿੱਚ ਰਿਹਾ ਤੇ ਸਾਰੇ ਕਿਸਾਨ ਮਜ਼ਦੂਰ ਵਪਾਰੀ ਭਰਾਵਾਂ ਦਾ ਇਸ ਅੰਦੋਲਨ ਦੇ ਵਿੱਚ ਬਹੁਤ ਵੱਡਾ ਸਹਿਯੋਗ ਰਿਹਾ। ਖਾਸ ਕਰਕੇ ਯੁਵਾ ਸਾਥੀਆਂ ਦਾ, ਸਾਡੇ ਬਜ਼ੁਰਗਾਂ ਦਾ, ਸਾਡੀਆਂ ਮਾਤਾਵਾਂ ਦਾ, ਸਾਡੀਆਂ ਭੈਣਾਂ ਦਾ ਬਹੁਤ ਵੱਡਾ ਸਹਿਯੋਗ ਸੀ। ਔਰ ਇਸੇ ਏਕੇ ਕਰਕੇ ਜਿਹੜੀ ਬਹੁਤ ਵੱਡੀ ਜੰਗ ਸੀਗੀ ਉਹ ਆਪਾਂ ਜਿੱਤ ਲਈਏ, ਲੜਾਈ ਜਿਹੜੀ ਜਿੱਤ ਲਈ। ਮੈਂ ਤੁਹਾਨੂੰ ਸਾਰਿਆਂ ਨੂੰ ਉਸ ਦੀ ਮੁਬਾਰਕਬਾਦ ਦਿੰਦਾ ਕਿਉਂਕਿ ਤੁਸੀਂ ਬਹੁਤ ਵੱਡਾ ਸਹਿਯੋਗ ਇਹਦੇ ਵਿੱਚ ਇਸ ਅੰਦੋਲਨ ਨੂੰ ਤੁਸੀਂ ਕਰਿਆ। ਤਾਂ ਇਸ ਕਰਕੇ ਅੱਜ ਅਸੀਂ ਜਿਹੜਾ ਇਕੱਠਾ ਹੋਣ ਦਾ ਮਕਸਦ ਸੀਗਾ, ਮੇਨ ਮਕਸਦ ਸੀਗਾ ਵੀ ਇਸ ਅੰਦੋਲਨ ਨੂੰ ਜਿਹੜੀਆਂ ਕੁਛ ਲੜਾਈ ਆਪਣੀ ਰਹਿ ਗਈ, MSP ਗਰੰਟੀ ਕਾਨੂੰਨ ਹੈ ਅਤੇ ਜਿਹੜੇ ਆਪਣੇ ਯੁਵਾ ਸਾਥੀਆਂ 'ਤੇ ਕੇਸ ਹੈ, ਆਪਣੇ ਬਜ਼ੁਰਗਾਂ 'ਤੇ, ਆਪਣੀਆਂ ਮਾਤਾਵਾਂ 'ਤੇ, ਭੈਣਾਂ 'ਤੇ ਜਿਹੜੇ ਕੇਸ ਹੈ ਉਹ ਵੀ ਜਿੰਨਾ ਚਿਰ ਵਾਪਸ ਨਹੀਂ ਹੁੰਦੇ ਆਪਾਂ ਇਸ ਅੰਦੋਲਨ ਨੂੰ ਲੜਦੇ ਰਹਾਂਗੇ। ਇਹ ਅੰਦੋਲਨ ਜਿਹੜਾ ਆਪਣਾ ਜਾਰੀ ਰਹੂਗਾ ਅਤੇ ਸੰਯੁਕਤ ਮੋਰਚਾ ਜਿਹੜਾ ਆਪਣਾ ਜੋ ਵੀ ਹੁਣ ਅੱਗੇ ਦੀ ਜੋ ਮੀਟਿੰਗ ਹੋਊਗੀ ਉਹਦੇ ਵਿੱਚ ਜੋ ਵੀ ਆਪਾਂ ਨੂੰ ਦਿਸ਼ਾ ਨਿਰਦੇਸ਼ ਦੇਊਗਾ ਉਸ ਦੇ ਅਨੁਸਾਰ ਆਪਾਂ ਚੱਲਦੇ ਰਹਾਂਗੇ ਜੀ। ਕੇਂਦਰੀ ਸਰਕਾਰ ਵੱਲੋਂ ਇਹ ਵੀ ਕਹਿੰਦੇ ਹੈ ਕਿ ਜੋ ਇਹ ਕਿਸਾਨੀ ਅੰਦੋਲਨ ਚੱਲਿਆ ਇਸ ਦੇ ਵਿੱਚ ਸ਼ਹਾਦਤ ਦਾ ਤਾਂ ਕੋਈ ਨਾਮ ਹੀ ਨਹੀਂ ਹੈ। ਜੋ ਸ਼ਹੀਦ ਨੇ ਉਹਨਾਂ ਦੀ ਲਿਸਟ ਦਿੱਤੀ ਜਾਵੇ। ਕਿਸਾਨ ਅੰਦੋਲਨ ਦੇ ਵਿੱਚ ਤਾਂ ਕੋਈ ਸ਼ਹੀਦ ਹੀ ਨਹੀਂ ਹੋਇਆ, ਉਹ ਤਾਂ ਇਸ ਚੀਜ਼ ਨੂੰ ਬਿਲਕੁਲ ਨਕਾਰ ਰਹੇਗਾ। ਕੀ ਕਹਿਣਾ ਚਾਹੋਗੇ? ਦੇਖੋ ਜੀ, ਸਰਕਾਰ ਨੂੰ ਮੈਂ ਪੁੱਛਣਾ ਚਾਹੁੰਦਾ ਵੀ ਤੁਸੀਂ ਸ਼ਹੀਦ ਕਿਹਨੂੰ ਕਹਿੰਦੇ ਹੋ? ਕੀ ਸਾਬਰਕਰ ਵਰਗੇ ਸ਼ਹੀਦ ਆ, ਜਾਂ ਤੁਸੀਂ ਭਗਤ ਸਿੰਘ ਨੂੰ ਸ਼ਹੀਦ ਮੰਨੋਗੇ, ਜਾਂ ਸਾਬਰਕਰ ਨੂੰ ਮੰਗੋਗੇ ਜਿਹੜਾ ਬਾਰ-ਬਾਰ ਸਰਕਾਰ ਨੂੰ ਚਿੱਠੀਆਂ ਲਿਖ ਕੇ ਮਾਫੀਆਂ ਮੰਗਦਾ ਸੀ? ਕਿਸਾਨੀ ਸੰਘਰਸ਼ ਦੇ ਅੰਦਰ ਜੋ ਵੀ ਸਾਡੇ ਸਾਥੀਆਂ ਨੇ ਸ਼ਹਾਦਤ ਦਿੱਤੀ ਹੈ ਉਹਨਾਂ ਦੇ ਸਦਕਾ ਅੱਜ ਜਿਹੜਾ ਆਪਾਂ ਅੰਦੋਲਨ ਹੈ ਆਪਾਂ ਜਿੱਤੇ ਹਾਂ ਬਹੁਤ ਵੱਡੀ। ਕਿਉਂਕਿ ਦੇਸ਼ ਦਾ ਪ੍ਰਧਾਨ ਮੰਤਰੀ ਹੱਥ ਜੋੜ ਕੇ ਪੂਰੇ ਦੇਸ਼ ਤੋਂ, ਸਾਡੀ ਕਿਸਾਨ ਕੌਮ ਤੋਂ, ਸਾਡੇ ਮਜ਼ਦੂਰ ਤੋਂ, ਸਾਡੇ ਵਪਾਰੀ ਤੋਂ ਮਾਫੀ ਮੰਗ ਰਿਹਾ। ਇਸ ਤੋਂ ਵੱਡੀ ਜਿੱਤ ਹੋਰ ਕੀ ਹੋ ਸਕਦੀ ਹੈ? ਉਹ ਆਪਾਂ ਕਹਿੰਦੇ ਨੇ ਕਿ ਜੋ ਉਹਦੇ ਧੌਣ 'ਚ ਸਰੀਆ ਸੀਗਾ ਉਹ ਕਿਸਾਨਾਂ ਨੇ ਕੱਢਤਾ, ਕਿਸਾਨ ਮਜ਼ਦੂਰ ਨੇ ਉਹ ਸਰੀਆ ਉਹਦਾ ਕੱਢਤਾ, ਉਹਨੂੰ ਮਾਫੀ ਤੱਕ ਮੰਗਣੀ ਪਈ। ਅਤੇ ਇਹ ਸਭ ਹੋਇਆ ਕਿ ਜੋ ਸਾਡੇ ਕਿਸਾਨ ਸਾਥੀ ਸ਼ਹੀਦ ਹੋਏ। ਔਰ ਸਰਕਾਰ ਨੂੰ ਚਾਹੀਦਾ ਹੈ ਕਿ ਉਹਨਾਂ ਨੂੰ ਜਿਹੜੇ ਸਾਡੇ ਸ਼ਹੀਦ ਆ ਉਹਨਾਂ ਨੂੰ ਜਿੰਨਾ ਚਿਰ ਸ਼ਹੀਦ ਦਾ ਦਰਜਾ ਅਤੇ ਉਹਨਾਂ ਦਾ ਬਣਦਾ ਹੱਕ ਨਹੀਂ ਦੇਣਗੇ ਤਾਂ ਇਹ ਆਪਣੀ ਜੰਗ ਜਿਹੜੀ ਆਪਣੀ ਲੜਾਈ ਜਾਰੀ ਰਹੂਗੀ। ਮੈਕਸ ਜੀ, ਭਾਰਤੀ ਕਿਸਾਨ ਏਕਤਾ ਦੇ ਸਿਰਜਣਹਾਰ ਤੁਸੀਂ ਖੁਦ ਹੋ ਜੀ, ਲੇਕਿਨ ਕੀ ਵਜ੍ਹਾ ਹੈ ਕਿ ਭਾਰਤੀ ਕਿਸਾਨ ਏਕਤਾ ਵੱਲੋਂ ਕਾਫੀ ਪ੍ਰੋਗਰਾਮ ਕੀਤੇ ਗਏ ਲੇਕਿਨ ਉਹਨਾਂ ਦੇ ਵਿੱਚ ਤੁਹਾਡੀ ਗੈਰ ਮੌਜੂਦਗੀ ਸੀ? ਕੀ ਵਜ੍ਹਾ ਹੈ ਕਿ ਖੁਦ ਮਤਲਬ ਇੱਕ ਸੰਸਥਾ ਬਣਾ ਕੇ ਉਸ ਦੇ ਵਿੱਚ ਤੁਸੀਂ ਖੁਦ ਨਹੀਂ ਪਹੁੰਚ ਰਹੇ ਹੋ? ਦੇਖੋ ਜੀ, ਜਿਹੜੀ ਸਾਡੀ ਭਾਰਤੀ ਕਿਸਾਨ ਏਕਤਾ ਹਰਿਆਣਾ ਹੈ ਜਿਹੜੀ ਸਾਡੀ ਚੱਲ ਰਹੀ ਹੈ ਜਥੇਬੰਦੀ, ਮੇਰਾ ਪਾਣੀ ਮੇਰੀ ਵਿਰਾਸਤ, ਉਸ ਤੋਂ ਅਸੀਂ ਸ਼ੁਰੂ ਕਰੀ ਸੀ ਇਸ ਨੂੰ। ਕਿਉਂਕਿ ਉਸ ਤੋਂ ਪਹਿਲਾਂ ਹੀ ਮੇਰੀ NGO ਨਈ ਪਹਿਲ ਚੱਲ ਰਹੀ ਸੀ। ਤਾਂ ਜਿਹੜੀ NGO ਦੇ ਅੰਦਰ ਜਿਹੜੇ ਸਾਡੇ ਸਾਥੀ ਜੁੜੇ ਹੋਏ ਸੀ ਉਹ ਸਾਰੇ ਸਾਥੀ ਇਸ ਦੇ ਵਿੱਚ ਜੁੜਦੇ ਗਏ, ਕਾਫਲਾ ਵੱਧਦਾ ਗਿਆ। ਕਿਉਂਕਿ ਅੰਦੋਲਨ ਆਇਆ, ਜਿਵੇਂ ਹੀ ਤੁਹਾਨੂੰ ਪਤਾ ਹੋਊਗਾ ਮੇਰਾ ਪਾਣੀ ਮੇਰੀ ਵਿਰਾਸਤ, ਅਸੀਂ ਰਤੀਏ ਤੋਂ ਕੁਛ ਆਪਣੇ ਜਿਵੇਂ ਸਾਥੀ ਸੀਗੇ ਉਹਨਾਂ ਨਾਲ ਮਿਲ ਕੇ ਰਤੀਆ ਤੋਂ ਫਤਿਹਬਾਦ ਤੱਕ ਟਰੈਕਟਰ ਰੈਲੀ ਕੱਢੀ, ਜੋ ਹਰਿਆਣਾ ਪੰਜਾਬ ਦੀ ਪਹਿਲੀ ਟਰੈਕਟਰ ਰੈਲੀ ਸੀਗੀ। ਉਸ ਤੋਂ ਬਾਅਦ ਫਿਰ ਕਦੇ ਹਾਈਵੇ ਨੂੰ ਜਾਮ ਕਰਨਾ, ਅਲੱਗ-ਅਲੱਗ ਤਰੀਕੇ ਨਾਲ। ਫਿਰ ਤੁਹਾਨੂੰ ਪਤਾ ਹੀ ਜਿਵੇਂ 26 ਤਾਰੀਖ ਤੋਂ ਆਪਾਂ ਦਿੱਲੀ ਦੇ ਵਿੱਚ ਡੇਰੇ ਲਾਏ। ਔਰ ਇੱਥੇ ਤੁਸੀਂ ਤਾਂ ਸਾਰਿਆਂ ਨੇ ਦੇਖਿਆ, ਕਵਰ ਕਰਿਆ। ਤੁਸੀਂ ਤਾਂ ਇੱਕ ਤਰ੍ਹਾਂ ਦੇ, ਮੈਂ ਤਾਂ ਤੁਹਾਨੂੰ ਕਿਸਾਨੀ ਪੱਤਰਕਾਰ ਹੀ ਕਹੂੰਗਾ, ਤੁਹਾਡਾ ਬਹੁਤ ਵੱਡਾ ਸਹਿਯੋਗ ਰਿਹਾ। ਦੇਖਿਆ ਕਿ ਕਿਵੇਂ ਸਾਡੇ ਯੁਵਾ ਸਾਥੀਆਂ ਨੇ, ਸਾਡੇ ਬਜ਼ੁਰਗਾਂ ਨੇ ਕਿਵੇਂ ਗਰਮੀ ਜੇਠ ਹਾੜ ਦੇ ਮਹੀਨੇ 'ਚ ਸੜਕਾਂ 'ਤੇ ਬੈਠੇ, ਜਾਂ ਸਰਦੀ ਦੇ ਵਿੱਚ ਆਪਾਂ ਕਿੱਦਾਂ ਟਰੈਕਟਰ ਟਰਾਲੀਆਂ ਲੈ ਕੇ ਦਿੱਲੀ ਪਹੁੰਚੇ, ਹੈ ਨਾ। ਬਹੁਤ ਵੱਡਾ ਸਹਿਯੋਗ ਹੈ ਸਾਰਿਆਂ ਦਾ। ਔਰ ਇਹ ਜਥੇਬੰਦੀ ਜਿਹੜੀ ਸਾਡੀ ਭਾਰਤੀ ਕਿਸਾਨ ਏਕਤਾ ਜਿਹੜੀ ਸਾਡੀ ਜਥੇਬੰਦੀ ਹੈ, ਅਸੀਂ ਉਹਨੂੰ ਆਪਣੇ ਖੂਨ ਅਤੇ ਪਸੀਨੇ ਨਾਲ ਸਿੰਚਿਆ। ਕਿਉਂਕਿ ਅਸੀਂ ਬੈਰੀਕੇਡ ਤੋੜੇ, ਡੰਡੇ ਖਾਧੇ, ਲੱਠ ਖਾਧੇ ਪੁਲਿਸ ਦੇ, ਖੂਨਮ ਖੂਨ ਹੋਏ, ਲਹੂ ਲਹਾਨ ਹੋਏ। ਇਸ ਲਈ ਅਸੀਂ ਜਿਹੜਾ ਇਹ ਆਪਦੇ ਖੂਨ ਅਤੇ ਪਸੀਨੇ ਨਾਲ ਇਸ ਸਾਡੀ ਜਥੇਬੰਦੀ ਨੂੰ ਅਸੀਂ ਸਿੰਚਿਆ। ਔਰ ਸਾਡੇ ਜਥੇਬੰਦੀ, ਜਿਵੇਂ ਤੁਸੀਂ ਕਿਹਾ ਕਿ ਗੈਰ ਮੌਜੂਦਗੀ ਰਹੀ, ਕਿਉਂਕਿ ਸਾਡੀ ਜਥੇਬੰਦੀ ਹੈ ਜਿਹੜੀ ਗੈਰ ਰਾਜਨੀਤਿਕ ਹੈ। ਤਾਂ ਕੁਛ ਲੋਕ ਹੋ ਸਕਦਾ ਵੀ ਆਪਦੀ ਰਾਜਨੀਤਿਕ ਮਨਸ਼ਾ ਲੈ ਕੇ ਕੁਛ ਪ੍ਰੋਗਰਾਮ ਕਰ ਲੈਣ, ਲੇਕਿਨ ਤੁਹਾਨੂੰ ਅਸੀਂ ਉਸੇ ਪ੍ਰੋਗਰਾਮ 'ਚ ਦਿਖਾਂਗੇ ਜਿੱਥੇ ਗੈਰ ਰਾਜਨੀਤਿਕ ਪ੍ਰੋਗਰਾਮ ਹੋਊਗਾ, ਜਿੱਥੇ ਰਾਜਨੀਤੀ ਦੀ ਬੂ ਨਾ ਆਵੇ, ਉੱਥੇ ਤੁਹਾਨੂੰ ਅਸੀਂ ਜ਼ਰੂਰ ਦਿਖਾਂਗੇ। ਹੁਣੇ ਤੁਸੀਂ ਦੇਖਿਆ ਹੋਊਗਾ ਕਿ ਰਾਣੀਆਂ ਆਪਣੇ ਇੱਕ ਸਾਥੀ ਨਾਲ ਧੱਕਾ ਹੋਇਆ, ਉਹਨਾਂ ਦਾ ਸੁਬਾਹ ਮੇਰੇ ਕੋਲ ਕਾਲ ਆਉਂਦੀ ਹੈ ਕਿ ਬਾਈ ਇਸ ਤਰ੍ਹਾਂ ਗੱਲ ਹੋਈ ਆ ਅਤੇ ਤੁਸੀਂ ਪਹੁੰਚੋ। ਤਾਂ ਉਸ ਦਿਨ ਮੇਰੀ ਮਜਬੂਰੀ ਸੀ, ਮੈਂ ਉਹਨਾਂ ਨੂੰ ਦੱਸਿਆ ਕਿ ਮੇਰੀ ਮਜਬੂਰੀ ਹੈ, ਇੱਕ ਭੋਗ 'ਤੇ ਮੈਂ ਜਾਣਾ ਹੈ। ਅਤੇ ਉਹਨਾਂ ਨੇ ਮੈਨੂੰ ਇੱਕੋ ਹੀ ਗੱਲ ਕਹੀ ਕਿ ਬਾਈ ਜੀ ਤੁਸੀਂ ਵੀਡੀਓ ਪਾਓ, ਤੁਹਾਡੀ ਵੀਡੀਓ ਪਾਓਗੇ ਉਹ ਵੀ ਬਹੁਤ ਵੱਡਾ ਸਹਿਯੋਗ ਹੋਊਗਾ। ਤਾਂ ਮੈਂ ਜਿਵੇਂ ਹੀ ਵੀਡੀਓ ਪਾਈ, ਉਹ ਵੀਡੀਓ ਸਾਡੇ ਰਾਣੀਆਂ, ਸੰਤ ਨਗਰ, ਕਰੀਵਾਲਾ, ਦਮਦਮਾ ਸਾਰੇ ਗਰੁੱਪਾਂ 'ਚ ਪਹੁੰਚਦੀ ਹੈ। ਤਾਂ ਸਾਥੀ ਆਪਣੇ ਪਹੁੰਚਣੇ ਸ਼ੁਰੂ ਹੋ ਜਾਂਦੇ ਆ। ਉਸ ਦੇ ਵਿੱਚ ਆਪਣੀ ਜਿੱਤ ਹੋਈ, ਕਿਉਂਕਿ ਉਹਦੇ ਵਿੱਚ ਵੀ ਤੁਸੀਂ ਇੱਕ ਦੇਖੋਗੇ ਕਈ ਲੋਕ ਕਹਿੰਦੇ ਵੀ ਉਹ ਫਲਾਨੀ ਜਥੇਬੰਦੀ ਦਾ, ਉਹ ਤਿਕੜੀ ਜਥੇਬੰਦੀ ਦਾ। ਉਹ ਬੰਦਾ ਜੋ ਆਪਣਾ ਸਾਥੀ ਸੀ ਉਹ ਚੜੂਨੀ ਜਿਹੜੀ ਜਥੇਬੰਦੀ ਉਹਦੇ ਨਾਲ ਜੁੜਿਆ ਹੋਇਆ ਸੀ। ਲੇਕਿਨ ਮੈਂ ਇਹ ਨਹੀਂ ਦੇਖਦਾ ਵੀ ਉਹ ਕਿਹੜੀ ਜਥੇਬੰਦੀ ਨਾਲ ਹੈ ਜਾਂ ਕੀ ਆ। ਆਪਾਂ ਉਸੇ ਟਾਈਮ ਉੱਥੇ ਪਹੁੰਚੇ
5:30 ਵਜੇ ਜਿਵੇਂ ਮੈਂ ਭੋਗ ਤੋਂ ਆਇਆ 5:30 ਵਜੇ ਉਹਦੇ ਮੇਰੇ ਨਾਲ ਸੀਗਾ, ਅਸੀਂ ਉੱਥੇ ਪਹੁੰਚੇ, ਮਾਮਲਾ ਨਿਪਟ ਗਿਆ ਸੀ। ਔਰ ਉਹਨਾਂ ਨੇ ਬਹੁਤ ਸਾਡਾ ਥੈਂਕਸ ਕਰਿਆ, ਕਿਉਂਕਿ ਉਹਨਾਂ ਨੇ ਸਾਨੂੰ ਦੱਸਿਆ ਕਿ ਬਾਈ ਜਿਵੇਂ ਤੁਸੀਂ ਵੀਡੀਓ ਪਾਈ, ਸਾਨੂੰ ਸਾਰਿਆਂ ਨੇ ਦੱਸਿਆ ਕਿ ਮੈਕਸ ਬਾਈ ਦੀ ਵੀਡੀਓ ਦੇਖ ਕੇ ਅਸੀਂ ਉੱਥੇ ਪਹੁੰਚੇ ਹਾਂ। ਇਸੇ ਤਰੀਕੇ ਨਾਲ ਉਸ ਦਿਨ ਆਪਣੇ ਇੱਕ ਸਾਥੀ ਨਾਲ ਚੌਪਟਾ ਜਮਾਲ ਜੋ ਧੱਕਾ ਹੋਇਆ, ਤਾਂ ਚੌਪਟੇ ਥਾਣੇ ਮੈਂ ਸਿਰਫ ਔਰ ਸਿਰਫ ਅੱਧੇ ਘੰਟੇ ਦੇ ਵਿੱਚ ਮੈਂ ਉੱਥੇ ਪਹੁੰਚ ਗਿਆ ਸੀਗਾ। ਵੀ ਸਾਡੇ ਲਈ ਜਥੇਬੰਦੀਆਂ ਜਿਹੜੀਆਂ ਹੈ ਉਹ ਇੱਕ ਦੇਖੋ ਜ਼ਰੀਆ ਹੈ, ਤੁਸੀਂ ਅੰਦੋਲਨ ਨਾਲ ਜੁੜਨ ਦਾ ਇੱਕ ਜ਼ਰੀਆ, ਲੜਾਈ ਲੜਨ ਦਾ ਇੱਕ ਜ਼ਰੀਆ ਹੈ, ਲੇਕਿਨ ਕਿਸਾਨ ਮਜ਼ਦੂਰ ਵਪਾਰੀ ਕਿਸੇ ਨਾਲ ਵੀ ਧੱਕਾ ਹੋਊਗਾ, ਅਸੀਂ ਸਾਡੀ ਜਿਹੜੀ ਭਾਰਤੀ ਕਿਸਾਨ ਏਕਤਾ ਜਥੇਬੰਦੀ ਸਾਡੀ ਹੈ ਜਿਹੜੀ ਉਹਨਾਂ ਨਾਲ ਖੜੀ ਆ। ਨੈਕਸਟ ਤੁਸੀਂ ਹੁਣੇ ਇੱਕ ਜਵਾਬ ਦਿੱਤਾ ਹੈ ਕਿ ਕਿਸੇ ਨਾ ਕਿਸੇ ਥਾਂ ਤੇ ਰਾਜਨੀਤਿਕ ਜਦੋਂ ਇਹ ਪ੍ਰੋਗਰਾਮ ਹੁੰਦੇ ਨੇ ਉਹਦੇ ਅੰਦਰ ਤੁਸੀਂ ਨਹੀਂ ਜਾਂਦੇ ਜੀ। ਕਿਆ ਬੀਕੇਯੂ ਦੇ ਅੰਦਰ ਵੀ ਰਾਜਨੀਤੀ ਹੋ ਰਹੀ ਹੈ? ਦੇਖੋ ਕੁਝ ਲੋਕ ਕਰਦੇ ਆ, ਲੇਕਿਨ ਜਨਤਾ ਜਿਹੜੀ ਆ ਉਹ ਉਹਨਾਂ ਨੂੰ ਆਪਣੇ ਆਪ ਇਗਨੋਰ ਕਰ ਦੂਗੀ। ਜਨਤਾ ਸਭ ਕੁਝ ਜਾਣਦੀ ਆ। ਤੁਸੀਂ ਇਸ ਅੰਦੋਲਨ ਦੇ ਵਿੱਚ 1 ਸਾਲ ਤੋਂ ਸਾਡੇ ਨਾਲ ਹੋ, ਤੁਸੀਂ ਸਾਡੇ ਬਾਰੇ ਜਾਣਦੇ ਹੋ। ਕੋਈ ਵੀ ਬੰਦਾ ਸਾਡੇ ਤੇ ਕਿਸੇ ਵੀ ਤਰੀਕੇ ਦੀ ਉਂਗਲੀ ਨਹੀਂ ਉਠਾ ਸਕਦਾ। ਵੀ ਦੇਖੋ ਕਿਸੇ ਨਾ ਕਿਸੇ ਹਰ ਬੰਦੇ ਦੀ ਕੋਈ ਨਾ ਕੋਈ ਬੈਕਗਰਾਉਂਡ ਹੁੰਦੀ ਹੈ। ਮੈਨੂੰ ਕੋਈ ਗੁਰੇਜ਼ ਨਹੀਂ ਇਸ ਕਹਿਣ 'ਚ ਕਿ ਮੈਂ ਕਾਂਗਰਸ ਜਿਹੜੀ ਮੇਰੀ ਬੈਕਗਰਾਉਂਡ ਆ, ਲੇਕਿਨ ਇਸ ਅੰਦੋਲਨ ਦੇ ਦੌਰਾਨ ਮੈਂ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਗਿਆ ਹੋਵਾਂ, ਕਿਸੇ ਵੀ ਲੀਡਰ ਦੇ ਨਾਲ ਗੱਲ ਕੀਤੀ ਹੋਵੇ ਤਾਂ ਮੈਂ ਦੇਣਦਾਰ ਹਾਂ ਉਸਦਾ। ਮੈਨੂੰ ਚੌਂਕ ਦੇ ਅੰਦਰ ਖੜਾ ਹੋ ਕੇ ਤੁਸੀਂ ਜੁੱਤੀਆਂ ਮਾਰ ਸਕਦੇ ਹੋ ਜੇ ਕੋਈ ਪ੍ਰੂਫ ਕਰਦੇ ਇਸ ਚੀਜ਼ ਦਾ। ਤਾਂ ਮਤਲਬ ਹਰ ਇੱਕ ਬੰਦਾ, ਮੇਰਾ ਤਾਂ ਇਹ ਮੰਨਣਾ ਹੈ ਕਿ ਜੋ ਬੰਦਾ ਵੋਟ ਕਰਦਾ, ਕਿਸੇ ਨੂੰ ਵੀ ਵੋਟ ਕਰਦਾ ਤੇ ਜਾਣੀ ਕਿ ਉਹਦਾ ਸਮਰਥਕ ਆ। ਹੁਣ ਤੁਸੀਂ ਦੇਖਿਆ ਹੋਊਗਾ ਕਿ ਐਲਨਾਬਾਦ ਬਾਈ ਇਲੈਕਸ਼ਨ ਹੋਇਆ, ਉੱਥੇ ਗੁਰੀ ਸੀਗਾ। ਉੱਥੇ ਮੰਨ ਲਓ ਅਸੀਂ ਉੱਥੇ ਪੂਰਾ ਜਿਹੜਾ ਉਹਨਾਂ ਦੇ ਸਰਕਾਰ ਜੇਜੇਪੀ, ਉਹਨਾਂ ਨੂੰ ਲੋਕਾਂ ਨੂੰ ਸਿਰਫ ਇਹੀ ਬੋਲਿਆ ਕਿ ਜੇਜੇਪੀ ਬੀਜੇਪੀ ਦੇ ਖਿਲਾਫ ਵੋਟ ਕਰਨਾ, ਉਸ ਤੋਂ ਇਲਾਵਾ ਤੁਸੀਂ ਕਿਹਨੂੰ ਵੋਟ ਕਰਨਾ ਤੁਹਾਡੀ ਮਰਜ਼ੀ ਆ, ਅਸੀਂ ਕਿਸੇ ਵਿਸ਼ੇਸ਼ ਪਾਰਟੀ ਦੇ ਲਈ ਵੋਟ ਨਹੀਂ ਕਹੀ। ਗੁਰੀ, ਮੇਰਾ ਸਵਾਲ ਤੁਹਾਡੇ ਤੋਂ ਹੈ, ਅੰਦੋਲਨ ਦੇ ਅੰਦਰ ਸਭ ਤੋਂ ਜ਼ਿਆਦਾ ਅਸੀਂ ਵੀ ਤੁਹਾਨੂੰ ਕਵਰ ਕੀਤਾ ਹੈ ਤੇ ਬਾਕੀ ਪੱਤਰਕਾਰਾਂ ਨੇ ਵੀ ਕਵਰ ਕੀਤਾ ਹੈ, ਮੇਰੇ ਹਿਸਾਬ ਨਾਲ ਸਭ ਤੋਂ ਜ਼ਿਆਦਾ ਤੁਹਾਨੂੰ ਲੱਠ ਪਏ ਨੇ, ਲਾਠੀ ਚਾਰਜ ਪੁਲਿਸ ਨੇ ਟਾਰਗੇਟ ਕੀਤਾ ਹੈ ਤੁਹਾਨੂੰ। ਲੇਕਿਨ ਹੁਣ ਤੁਸੀਂ ਕਾਫੀ ਲੰਬੇ ਸਮੇਂ ਤੋਂ ਬੀਕੇਯੂ ਦੇ ਕਿਸੇ ਵੀ ਪ੍ਰੋਗਰਾਮ ਦੇ ਅੰਦਰ ਨਜ਼ਰ ਨਹੀਂ ਆਏ। ਦੇਖੋ ਜੀ, ਤੁਸੀਂ ਕਵਰ ਕੀਤਾ, ਬਹੁਤ ਬਹੁਤ ਧੰਨਵਾਦ ਹੈ, ਮੁਬਾਰਕਾਂ ਵੀ ਹੈ, ਕਿਉਂਕਿ ਇਹ ਅੰਦੋਲਨ ਆਪਾਂ 90% ਤੱਕ ਜਿੱਤ ਚੁੱਕੇ ਹਾਂ। ਪ੍ਰੋਗਰਾਮ ਦੇ ਵਿੱਚ ਨਾ ਆਉਣ ਦਾ ਰੀਜ਼ਨ ਬਾਈ ਨੇ ਕਲੀਅਰ ਕਰਿਆ ਹੀ ਹੈ ਪਹਿਲਾਂ, ਔਰ ਮੈਂ ਉਹਦੇ ਵਿੱਚ ਹੋਰ ਵੀ ਚੀਜ਼ ਐਡ ਕਰੂੰਗਾ। ਅਸੀਂ ਪਿਛਲੇ 1.5 ਮਹੀਨੇ ਤੋਂ ਅਸੀਂ ਦਿੱਲੀ ਬਾਰਡਰ ਤੇ ਆ, ਕਿਉਂਕਿ ਉੱਥੇ ਜਿਹੜੀ ਸੰਖਿਆ ਸੀ ਆਪਣੀ ਥੋੜੀ ਘਟੀ ਹੋਈ ਸੀ ਪਹਿਲਾਂ, ਔਰ ਜਿਹੜੀ ਉਹ ਚੀਜ਼ ਆ ਉਹਨੂੰ ਵੀ ਸੰਭਾਲਣਾ ਬਹੁਤ ਜ਼ਰੂਰੀ ਆ। ਅਸੀਂ ਸੇਵਾ ਵੀ ਕਰਦੇ ਰਹੇ ਹਾਂ ਉੱਥੇ, ਹੁਣ ਤੱਕ ਵੀ। ਲਾਸਟ ਮੈਂ ਕੱਲ੍ਹ ਹੀ ਆਇਆ ਉੱਥੋਂ ਦਿੱਲੀ ਤੋਂ। ਔਰ ਨਾ ਆਉਣ ਦਾ ਰੀਜ਼ਨ ਇਹ ਹੈ ਕਿ ਕੁਛ ਤਾਂ ਬਾਈ ਨੇ ਤੁਹਾਨੂੰ ਕਲੀਅਰ ਕਰਿਆ, ਕੁਛ ਇਹ ਵੀ ਚੀਜ਼ ਹੈ ਕਿ ਅਸੀਂ ਖੁਦ ਆ ਉੱਥੇ ਬਾਰਡਰ ਤੇ ਜਾ ਕੇ ਜਿਹੜੀ ਅਸਲੀ ਜੰਗ ਹੈ, ਜਿਹੜੇ ਸਾਡੇ 70 ਸਾਲ 80 ਸਾਲ ਦੇ ਬਜ਼ੁਰਗ ਲੜ ਰਹੇ ਸੀ, ਉਹਨਾਂ ਦੇ ਅਸੀਂ ਸਹਿਯੋਗ ਕਰਨ, ਉਹਨਾਂ ਨੂੰ ਮੋਟੀਵੇਟ ਕਰਨ ਵਾਸਤੇ ਅਸੀਂ ਦਿੱਲੀ ਦੇ ਬਾਰਡਰਾਂ ਤੇ ਬੈਠੇ ਸੀ। ਸਮਾਂ ਨਾ ਹੋਣ ਕਰਕੇ ਅਸੀਂ ਉਹ ਪ੍ਰੋਗਰਾਮਾਂ ਦੇ ਵਿੱਚ ਨਹੀਂ ਪਹੁੰਚ ਸਕੇ। ਔਰ ਮੈਂ ਤੁਹਾਨੂੰ ਇੱਕ ਗੱਲ ਕਹਿਣ ਦੇ ਵਿੱਚ ਮੈਨੂੰ ਕੋਈ ਹਰਜ ਨਹੀਂ ਹੋਇਆ। ਇਸ ਅੰਦੋਲਨ ਨੂੰ ਯੁਵਾਵਾਂ ਨੇ ਆਪਦੀ ਜ਼ੋਰ ਨਾਲ, ਆਪਦੇ ਜੋਸ਼ ਨਾਲ ਲੜਿਆ। ਡਾਂਗਾਂ ਅਸੀਂ ਬਹੁਤ ਖਾਧੀਆਂ, ਸਭ ਫੋਨ ਤੜਵਾਇਆ, ਪਰਚੇ ਪਵਾਇਆ, ਬਹੁਤ ਕੁਝ ਕਰਵਾਇਆ, ਪਰ ਜਿਹੜਾ ਅਸਲੀ ਅੰਦੋਲਨ ਲੜਨ ਵਾਲੇ ਜਿਹੜੇ ਆਪਣੇ ਪਿੱਛੇ ਬੈਠੇ ਆ ਨਾ, ਜਿਹੜੇ ਜਿੱਤ ਦੇ ਅਸਲੀ ਹੀਰੋ ਹੱਕਦਾਰ ਨੇ, ਉਹ ਬਜ਼ੁਰਗ ਨੇ। ਅਸੀਂ ਪੂਰੇ ਟਿਕਰੀ ਬਾਰਡਰ 30 ਕਿਲੋਮੀਟਰ ਦੇ ਵਿੱਚ ਪਾਣੀ ਦੀ ਸੇਵਾ ਕਰਦੇ, ਔਰ ਸਾਨੂੰ ਪੂਰੇ ਧਰਨੇ ਦੇ ਵਿੱਚ ਅਸੀਂ 7 ਹੀ ਨੌਜਵਾਨ ਸੀਗੇ, 4 ਪਾਣੀ ਵਾਲੇ ਮੁੰਡੇ ਹੁੰਦੇ ਸੀ, 3 ਅਸੀਂ ਮੱਲੇਕਾਂ ਪਿੰਡ ਦੇ ਸੀਗੇ, ਤੇ ਅਸਲੀ ਹੱਕਦਾਰ ਉਹਨਾਂ ਦਾ ਸੀਗਾ। ਅਸੀਂ ਉਸ ਕਰਕੇ ਉੱਥੇ ਬਾਰਡਰਾਂ ਤੇ ਗਏ ਸੀਗੇ। ਸਮੇਂ ਦੀ ਵੀ ਕਮੀ ਕਾਰਨ ਅਸੀਂ ਪ੍ਰੋਗਰਾਮਾਂ 'ਚ ਨਹੀਂ ਆਏ। ਹੁਣ ਅੱਗੇ, ਔਰ ਦੂਜੀ ਗੱਲ, ਹਜੇ ਜਿਹੜੀ ਜਿੱਤ ਹੈ ਆਪਣੀ ਕੰਪਲੀਟ ਨਹੀਂ ਹੋਈ। ਜਦੋਂ ਜਿੱਤ ਆਪਣੀ ਕੰਪਲੀਟ ਹੋ ਗਈ, ਉਦੋਂ ਸਨਮਾਨ ਸਾਡਾ ਜਿਹੜੀ ਜਨਤਾ ਦੇਖ ਰਹੀ ਹੈ ਉਹ ਆਪਣੇ ਆਪ ਕਰੂਗੀ। ਬਾਕੀ ਸਨਮਾਨ ਸਾਡਾ ਆਪਣੇ ਆਪ ਹੀ ਹੋ ਗਿਆ ਜਦੋਂ ਅਸੀਂ ਅੰਦੋਲਨ ਨੇ ਜਿੱਤ ਗਏ। ਭਾਰਤੀ ਕਿਸਾਨ ਏਕਤਾ ਟੀਮ ਵੱਲੋਂ ਇੱਕ ਸਨਮਾਨ ਸਮਾਰੋਹ ਰੱਖਿਆ ਗਿਆ, ਜਿਹਦੇ ਵਿੱਚ ਜਿੱਤ ਦੇ ਵਿੱਚ ਉਹਨਾਂ ਯੋਧਿਆਂ ਨੂੰ ਸਨਮਾਨਿਤ ਕੀਤਾ ਗਿਆ ਸੀ ਜਿਨ੍ਹਾਂ ਦਾ ਇਸ ਯੋਗਦਾਨ ਦੇ ਵਿੱਚ ਬਹੁਤ ਵੱਡਾ ਅਹਿਮ ਰੋਲ ਸੀ। ਅਗਰ ਪੂਰੀ ਦੀ ਗੱਲ ਕਰੀਏ ਤਾਂ ਇਹਨਾਂ ਦਾ ਯੋਗਦਾਨ ਕੋਈ ਨਹੀਂ ਭੁੱਲ ਸਕਦਾ, ਕਿਉਂਕਿ ਦੇਖੋ ਸੋਫੀਆ ਖਾਨ ਵਾਲਾ ਵੀ ਇਹ ਸੀ, ਬੈਰੀਕੇਡ ਤੋੜਨ ਵਾਲਾ ਵੀ ਇਹ ਸੀ, ਮਤਲਬ ਕਾਫੀ ਜੋ ਅਤਿਆਚਾਰ ਸਿੱਧਤਾਂ ਸਹੀਆਂ ਨੇ। ਕੀ ਵਜ੍ਹਾ ਹੈ ਕਿ ਭਾਰਤੀ ਕਿਸਾਨ ਏਕਤਾ ਟੀਮ ਨੇ ਗੁਰੀ ਨੂੰ ਸਨਮਾਨਿਤ ਨਹੀਂ ਕੀਤਾ? ਤੁਹਾਡੀ ਸੰਸਥਾ ਹੈ, ਤੁਸੀਂ ਸਿਰਜਣਹਾਰ ਹੋ, ਤੁਸੀਂ ਹੀ ਗੁਰਮੀਤ ਗੁਰੀ ਦੇ ਪਿੱਛੇ। ਦੇਖੋ ਜੀ, ਮੈਂ ਤੁਹਾਨੂੰ ਹੁਣੇ ਪਹਿਲਾਂ ਵੀ ਦੱਸਿਆ ਕਿ ਹਰ ਤਰੀਕੇ ਦੇ ਲੋਕ ਹੁੰਦੇ ਆ, ਤੇ ਗੁਰੀ ਤੁਸੀਂ ਹੁਣੇ ਦੱਸਿਆ ਵੀ ਗੁਰੀ ਨੂੰ ਤੁਸੀਂ ਦੇਖਿਆ ਪਿਛਲੇ 4-5 ਮਹੀਨਿਆਂ ਦੇ ਵਿੱਚ ਵੀ ਲਾ ਲਓ, ਜਿਹੜੀ ਉਹ ਘਟਨਾ ਹੋਈ ਤੁਸੀਂ ਦੇਖੀ ਸਾਰਿਆਂ ਨੇ, ਔਰ ਤੁਹਾਨੂੰ ਯਾਦ ਹੈ, ਤੁਸੀਂ ਪੁੱਛ ਰਹੇ ਹੋ, ਉਹੀ ਬਹੁਤ ਵੱਡਾ ਆਪਣੇ ਆਪ 'ਚ ਇਹਨੂੰ ਸਨਮਾਨ ਹੈ, ਲੋਕ ਜਾਣਦੇ ਆ। ਅਸੀਂ ਕਈ ਵਾਰ ਕੀ ਹੁੰਦਾ ਕਿ ਬਹੁਤ ਸਾਰੇ ਲੋਕਾਂ ਨੂੰ ਅਸੀਂ ਜਾਣਦੇ ਨਹੀਂ ਹੁੰਦੇ, ਉਹ ਸਾਨੂੰ ਪੁੱਛਦੇ ਕਿ ਬਾਈ ਮੈਕਸ ਬਾਈ ਕਿਵੇਂ ਹੋ,
ਗੁਰੀ ਬਾਈ ਕਿਵੇਂ ਹੈ, ਮਤਲਬ ਸਾਨੂੰ ਦੋਨਾਂ ਨੂੰ ਦੇਖਦੇ ਆ। ਅਸੀਂ ਜੇ ਕਈ ਵਾਰ ਕੀ ਪ੍ਰੋਗਰਾਮ ਹੁੰਦਾ ਕਿ ਮੈਂ ਜਿਵੇਂ ਇਕੱਲਾ ਆਇਆ, ਗੁਰੀ ਨਹੀਂ ਆਇਆ, ਤਾਂ ਪੁੱਛਦੇ ਮੈਕਸ ਬਾਈ ਗੁਰੀ ਕਿੱਥੇ ਹੈ, ਜਦੋਂ ਗੁਰੀ ਆਉਂਦੇ ਪੁੱਛਦੇ ਬਾਈ ਮੈਕਸ ਬਾਈ ਕਿੱਥੇ ਆ। ਠੀਕ ਹੈ, ਇੱਕ ਜੋੜੀ ਬਣੀ ਹੋਈ ਸੀ ਔਰ ਯੁਵਾਵਾਂ ਦੇ ਵਿੱਚ ਲੋਕਪ੍ਰਿਆ ਵੀ ਸੀਗੇ, ਕਿਉਂਕਿ ਅਸੀਂ ਜਿਹੜੇ ਜਿੰਨੇ ਵੀ ਸਾਡੇ ਸਾਥੀ ਅਸੀਂ ਆਪਣੇ ਭਰਾ ਬਣਾਏ ਆ, ਨਾ ਕਿ ਆਪਣੇ ਸਪੋਰਟਰ। ਜਿਵੇਂ ਉਹ ਕਹਿੰਦੇ ਨਾ ਕਿ ਸਾਡੇ ਚੇਲੇ, ਅਸੀਂ ਚੇਲੇ ਨਹੀਂ ਬਣਾਏ, ਅਸੀਂ ਆਪਣੇ ਭਰਾ ਬਣਾਏ ਆ, ਅਸੀਂ ਆਪਣੇ ਬਾਪੂ ਬਣਾਏ ਆ, ਸਾਡੀਆਂ ਭੈਣਾਂ ਬਣਾਈਆਂ। ਇਸ ਤਰੀਕੇ ਨਾਲ ਅਸੀਂ ਅੰਦੋਲਨ ਨੂੰ ਲੜਿਆ, ਕਿਉਂਕਿ ਅਸੀਂ ਅੰਦੋਲਨ, ਮੈਂ ਵਾਰ-ਵਾਰ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਕਈ ਵਾਰ ਕਹਿੰਦਾ ਹੁੰਦਾ ਸੀ ਕਿ ਜਿਹੜਾ ਇਹ ਅੰਦੋਲਨ ਹੈ, ਕਿਸਾਨ ਜਿਹੜਾ ਲੜ ਰਿਹਾ, ਇਕੱਲੇ ਆਪ ਦੀ ਲੜਾਈ ਨਹੀਂ ਲੜ ਰਿਹਾ, ਪੂਰੇ ਦੇਸ਼ ਨੂੰ ਬਚਾਉਣ ਦੀ ਲੜਾਈ ਲੜ ਰਿਹਾ। ਮੈਂ ਤਾਂ ਬਾਰ-ਬਾਰ ਕਹਿੰਦਾ ਹੀ ਹੁੰਦਾ, ਤੁਹਾਨੂੰ ਪਤਾ ਹੀ ਹੈ ਕਿ ਸਲੋਗਨ ਵੀ ਮੈਂ ਦਿੱਤਾ ਸੀ ਕਿ ਕਿਸਾਨ ਬਚੇਗਾ ਤਾਂ ਦੇਸ਼ ਬਚੇਗਾ, ਆਓ ਮਿਲ ਕਰ ਦੇਸ਼ ਕੋ ਬਚਾएं। ਔਰ ਜਿਹੜਾ ਸਨਮਾਨ ਹੈ, ਅਸਲੀ ਸਨਮਾਨ ਤਾਂ ਹੁਣੇ ਦੱਸਿਆ ਨਾ ਗੁਰੀ ਨੇ ਕਿ ਲੜਾਈ ਹਲੇ ਆਪਣੀ ਥੋੜ੍ਹੀ ਅਧੂਰੀ ਆ, ਕਿਉਂਕਿ ਇੱਕ ਤਾਂ ਅਸੀਂ ਜਿੰਨਾ ਚਿਰ ਸਾਡੀ, ਕਿਉਂਕਿ 700 ਤੋਂ ਜ਼ਿਆਦਾ ਸ਼ਹੀਦੀਆਂ ਹੋਈਆਂ, ਤਾਂ ਮੈਨੂੰ ਜੋ ਨੱਚਣਾ ਗਾਉਣਾ ਮੈਨੂੰ ਉਹ ਵੀ ਪਸੰਦ ਨਹੀਂ ਹੈ, ਕਿਉਂਕਿ ਅਸੀਂ ਕੀ ਉਹਨਾਂ ਦੀ ਚਿਖਾ ਦੇ ਉੱਤੇ ਨੱਚਾਂਗੇ। ਔਰ ਪੂਰੀ ਜਿਹੜੀ ਲੜਾਈ ਹੈ ਹਲੇ ਉਹ ਆਪਾਂ ਨਹੀਂ ਜਿੱਤੀ, ਅਧੂਰੀ ਹੈ ਲੜਾਈ। ਜਿੰਨਾ ਚਿਰ ਸਾਡੇ ਭਰਾਵਾਂ 'ਤੇ ਕੇਸ ਹੈ, ਸਾਡੀਆਂ ਮਾਤਾਵਾਂ 'ਤੇ ਕੇਸ ਹੈ, ਭੈਣਾਂ 'ਤੇ ਕੇਸ ਹੈ, ਦੇਖੋ ਅਸੀਂ ਤਾਂ ਨੱਚ ਨਹੀਂ ਸਕਦੇ, ਅਸੀਂ ਤਾਂ ਜਸ਼ਨ ਮਨਾ ਨਹੀਂ ਸਕਦੇ ਉਹਨਾਂ ਟਾਈਮ, ਕਿਉਂਕਿ ਅਸੀਂ ਉਹ ਸਾਡੇ ਲਈ ਖੜੇ ਸੀ। ਅੱਜ ਉਹਨਾਂ ਵਾਸਤੇ ਸਾਨੂੰ ਖੜਨਾ ਪਊਗਾ। ਅਗਰ ਉਹਨਾਂ 'ਤੇ ਤਾਂ ਕੇਸ ਆ, ਕਿਸੇ ਨੇ ਬਾਹਰ ਜਾਣਾ ਹੁੰਦਾ, ਕਿਸੇ ਨੇ ਕਿੱਦਾਂ, ਕਿਸੇ ਨੇ ਨਾ ਅਲੱਗ-ਅਲੱਗ ਅਗਲੇ ਦਾ ਸਿਸਟਮ ਹੁੰਦਾ, ਔਰ ਅਸੀਂ ਡਾਂਸ ਕਰਦੇ ਰਹੀਏ, ਅਸੀਂ ਉਹਨਾਂ ਨੂੰ ਪੁੱਛ ਕੇ ਹੀ ਨਾ ਉਹਨਾਂ ਦੇ ਦਿਲ 'ਤੇ ਕੀ ਬੀਤੂਗੀ ਕਿ ਇਹਨਾਂ ਲਈ ਆ ਕੇ ਅਸੀਂ ਲੜੇ ਸੀ ਔਰ ਇਹਨਾਂ ਦੇ ਕਰਕੇ ਸਾਡੇ 'ਤੇ ਕੇਸ ਪਏ, ਔਰ ਅੱਜ ਇਹ ਤਾਂ ਆਪਣਾ ਜਸ਼ਨ ਮਨਾ ਰਹੇ ਔਰ ਸਾਡੇ ਕੇਸਾਂ ਨੂੰ ਤਾਂ ਭੁੱਲ ਗਏ। ਜਿੱਦਾਂ ਕਿ ਮੈਂ ਹੁਣ ਤੁਹਾਨੂੰ ਦੱਸਦਾ ਕਿ ਸਾਰੇ ਦਿੱਲੀ ਜਾ ਰਹੇ ਸੀ ਉਸ ਟਾਈਮ, ਤਾਂ ਇੱਕ ਸਾਥੀ ਦਾ ਫੋਨ ਆਇਆ ਕਿ ਬਾਈ ਜਿਹੜੀ ਗੁਲਾਬੀ ਸੁੰਡੀ ਦੇ ਨਾਲ ਨਰਮੇ ਦੀ ਫਸਲ ਖਰਾਬ ਹੋਈ, ਉਸ 'ਤੇ ਕੀ ਕਰ ਰਹੇ ਹੋ। ਸਾਰੀਆਂ ਜਥੇਬੰਦੀਆਂ ਜਾਂ ਤਾਂ ਇਕੱਠੀਆਂ ਚੱਲ ਪੈਂਦੀਆਂ ਵੀ ਇੱਕ ਹੀ ਚੀਜ਼ ਨੂੰ ਫੜ ਲੈਂਦੀਆਂ, ਅਤੇ ਜਾਂ ਫਿਰ ਬਾਅਦ 'ਚ ਇੱਕਦਮ ਚੁੱਪ ਹੋ ਜਾਂਦੀਆਂ। ਤਾਂ ਮੈਂ ਸਾਰੇ ਜਥੇਬੰਦੀਆਂ ਨੂੰ ਅੱਜ ਵੀ ਅਪੀਲ ਕਰਦਾ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਕਿ ਜਿਹੜੀ ਗੁਲਾਬੀ ਸੁੰਡੀ ਹੈ, ਉਹਦੇ ਨਾਲ ਜਿਹੜੀ ਨਰਮੇ ਦੀ ਫਸਲ ਖਰਾਬ ਹੋਈ ਸੀ, ਉਸ ਦੇ ਉੱਤੇ ਵੀ ਆਪਾਂ ਗੌਰ ਕਰੀਏ। ਉਹ ਆਪਣੇ ਕਿਸਾਨ ਭਰਾਵਾਂ ਨੂੰ ਘੱਟੋ ਘੱਟ ਕਿੱਲੇ ਦਾ 50,000 ਮੁਆਵਜ਼ਾ ਜਿਹੜਾ ਦਵਾਈਏ। ਹੋਰ ਵੀ ਕੁਦਰਤੀ ਮਾਰ ਦੇ ਕਾਰਨ ਜਿਹੜੀਆਂ ਫਸਲਾਂ, ਚਾਹੇ ਧਾਨ ਦੀ ਫਸਲ ਹੈ ਜਾਂ ਹੋਰ ਫਸਲਾਂ ਖਰਾਬ ਹੋਈਆਂ, ਉਹਨਾਂ ਨੂੰ ਵੀ ਮੁਆਵਜ਼ਾ ਦਵਾਈਏ। ਤਾਂ ਜਿਹੜੀ ਸਾਡੀ ਜਥੇਬੰਦੀ ਹੈ, ਭਾਰਤੀ ਕਿਸਾਨ ਏਕਤਾ ਜਥੇਬੰਦੀ ਆ, ਅਸੀਂ ਹਰ ਇੱਕ ਜਥੇਬੰਦੀ ਦੇ ਨਾਲ ਮਿਲ ਕੇ ਚੱਲਦੇ ਹਾਂ ਔਰ ਅੱਗੇ ਵੀ ਚੱਲਦੇ ਰਵਾਂਗੇ। ਜੋ ਸੰਯੁਕਤ ਮੋਰਚੇ ਦੀ ਕਾਲ ਹੋਊਗੀ ਉਸ ਨੂੰ ਤਾਂ ਅਸੀਂ ਖਾਸ ਕਰਕੇ ਇਕੱਠੇ ਫੋਲੋ ਕਰਦੇ ਹਾਂ। ਔਰ ਦੂਸਰੀਆਂ ਕੋਈ ਜਥੇਬੰਦੀਆਂ ਵੀ ਅਗਰ ਵਧੀਆ ਕੋਈ ਪ੍ਰੋਗਰਾਮ ਕਰਦੀਆਂ, ਕਿਸਾਨ ਲਈ ਕਰਦੀਆਂ, ਰਾਜਨੀਤੀ ਨਹੀਂ ਕਰਦੀਆਂ, ਤਾਂ ਉਹ ਸਾਨੂੰ ਬੁਲਾਉਂਦੇ ਤਾਂ ਅਸੀਂ ਜ਼ਰੂਰ ਜਾਵਾਂਗੇ। ਜੇ ਚੰਗਾ ਕੰਮ ਕਰਦੇ ਸਾਨੂੰ ਨਹੀਂ ਵੀ ਬੁਲਾਉਣਗੇ ਅਸੀਂ ਤਾਂ ਵੀ ਜਾਵਾਂਗੇ। ਲੇਕਿਨ ਜਿੱਥੇ ਰਾਜਨੀਤੀ ਹੋਊਗੀ ਜਾਂ ਇੱਕ ਪਾਰਟੀ ਵਿਸ਼ੇਸ਼ ਦੇ ਲਈ ਕੰਮ ਕਰਨਗੇ, ਉੱਥੇ ਅਸੀਂ ਨਹੀਂ ਜਾਵਾਂਗੇ। ਪਰ ਇਸੇ ਚੀਜ਼ ਨੂੰ ਲੈ ਕੇ ਤੁਸੀਂ ਬੀਕੇਯੂ ਦੇ ਅੰਦਰ ਮੰਥਨ ਕਰਨ ਦੀ ਕੋਸ਼ਿਸ਼ ਕੀਤੀ ਹੈ? ਜੀ ਬਿਲਕੁਲ। ਇਸ ਤਰ੍ਹਾਂ ਬਾਰ-ਬਾਰ ਰਾਜਨੀਤਿਕ ਪਾਰਟੀਆਂ ਦਾ ਨਾਮ ਵਿੱਚ ਆ ਰਿਹਾ ਕਿ ਰਾਜਨੀਤੀ ਕੀਤੀ ਜਾ ਰਹੀ ਹੈ ਪਾਰਟੀਆਂ ਬਣਾਉਣ ਤੋਂ ਬਾਅਦ ਜਾਂ ਜਥੇਬੰਦੀਆਂ ਬਣਾਉਣ ਤੋਂ ਬਾਅਦ, ਇਸ ਚੀਜ਼ ਨੂੰ ਲੈ ਕੇ ਤੁਸੀਂ ਆਪਣਾ ਕੀ ਕਦਮ ਚੁੱਕਿਆ? ਦੇਖੋ ਜੀ, ਅਸੀਂ ਤਾਂ ਦੱਸਿਆ ਤੁਹਾਨੂੰ ਵੀ ਮੈਂ ਤਾਂ ਵੈਸੇ ਤਾਂ ਇਹ ਚੀਜ਼ ਕਹਿਣਾ ਹੁੰਦਾ ਕਿ ਕਿਸਾਨ ਜਿਹੜਾ ਹੈ, ਦੇਖੋ ਰਾਜਨੀਤੀ ਕੋਈ ਮਾੜੀ ਚੀਜ਼ ਨਹੀਂ ਹੈ। ਵੀ ਮੈਂ ਤਾਂ ਹਮੇਸ਼ਾ ਹੀ ਕਹਿੰਦਾ ਵੀ ਜਿਹੜਾ ਕਿਸਾਨ ਹੈ, ਜਿੰਨਾ ਚਿਰ ਉਹਦੀ ਇੱਕ ਅੱਖ ਆਪਦੀ ਵੱਟ ਦੀ, ਖੇਤ ਦੀ ਵੱਟ 'ਤੇ ਨਹੀਂ ਹੋਊਗੀ, ਦੂਜੀ ਦਿੱਲੀ ਨਹੀਂ ਹੋਊਗੀ ਕਿ ਦਿੱਲੀ ਕੀ ਕਰ ਰਹੀ ਹੈ, ਤਾਂ ਉਹਨਾਂ ਚਿਰ ਤੁਸੀਂ ਕਾਮਯਾਬ ਨਹੀਂ ਹੋ ਸਕਦੇ। ਲੋਕ ਤੁਹਾਡੇ 'ਤੇ ਰਾਜ ਕਰਦੇ ਰਹਿਣਗੇ। ਲੇਕਿਨ ਹਰ ਚੀਜ਼ ਦਾ ਇੱਕ ਸਮਾਂ ਹੈ, ਇੱਕ ਟਾਈਮ ਹੈ। ਇਹ ਅੰਦੋਲਨ ਨੂੰ ਜਦੋਂ ਆਪਾਂ ਪੂਰੀ ਤਰ੍ਹਾਂ ਜਿੱਤ ਲਿਆ, ਉਸ ਤੋਂ ਬਾਅਦ ਤੁਸੀਂ ਕਿਤੇ ਵੀ ਜਾਓ, ਆਪਦੀ ਕਿਸੇ ਵੀ ਪਾਰਟੀ ਦੇ ਵਿੱਚ ਜਾਓ ਜਾਂ ਇਲੈਕਸ਼ਨ ਲੜੋ ਜਾਂ ਕੁਛ ਵੀ ਕਰੋ, ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੈ। ਲੇਕਿਨ ਜਥੇਬੰਦੀ ਦਾ ਸਹਾਰਾ ਲੈ ਕੇ ਜਾਂ ਭੋਲੇ ਭਾਲੇ ਕਿਸਾਨ ਲੋਕਾਂ ਨੂੰ ਗੁੰਮਰਾਹ ਕਰਕੇ ਤੁਸੀਂ ਇਹਨਾਂ ਚੀਜ਼ਾਂ 'ਚ ਇਨਵੋਲਵ ਹੋਣ, ਤਾਂ ਉਹ ਚੀਜ਼ ਨੂੰ ਮੈਂ ਗਲਤ ਮੰਨਦਾ। ਜਿੱਦਾਂ ਮੈਂ ਹੁਣ ਤੁਹਾਨੂੰ ਉਦਾਹਰਨ ਦਿੱਤਾ ਸੀ, ਜਿਹੜਾ ਬਾਈ ਇਲੈਕਸ਼ਨ ਐਲਨਾਬਾਦ, ਦੇਖੋ ਉੱਥੇ ਬੀਜੇਪੀ ਸੀ, ਪੈਸਾ ਵੰਡਿਆ, ਸਭ ਕੁਝ ਹੋਇਆ। ਉਹ ਸਾਨੂੰ ਵੀ ਕਰ ਸਕਦੇ ਸੀ, ਪੈਸਾ ਦੇ ਸਕਦੇ ਸੀ, ਸਭ ਕੁਝ ਕਰ ਸਕਦੇ ਸੀ, ਨੌਕਰੀਆਂ ਵੀ ਦੇ ਸਕਦੇ ਸੀ। ਲੇਕਿਨ ਉਹਨਾਂ ਨੂੰ ਪਤਾ ਸੀ ਕਿ ਇਹ ਵਿਕਣ ਵਾਲੇ ਲੋਕ ਨਹੀਂ ਹੈ। ਜਿਹੜੇ ਵੀ ਪਿੰਡਾਂ 'ਚ ਸਾਡੀ ਡਿਊਟੀ ਸੀ, ਪੰਜਾਬੀ ਬੈਲਟ ਦੇ ਪਿੰਡਾਂ 'ਚ, ਮੱਲੇਕਾ ਸੰਦੀਪ ਸਿੰਘ ਖੇਲ ਮੰਤਰੀ ਨੇ ਆਉਣਾ ਸੀ, ਅਸੀਂ ਉਸ ਦਾ ਪ੍ਰੋਗਰਾਮ ਹੋਣ ਨਹੀਂ ਦਿੱਤਾ। ਤੁਸੀਂ ਦੇਖਿਆ ਕਿੰਨੀ ਫੋਰਸ ਲਾਈ, ਬਹੁਤ ਕੁਝ ਹੋਇਆ ਉੱਥੇ। ਪੁਲਿਸ ਇੰਸਪੈਕਟਰ ਜੋ ਇਲੈਕਸ਼ਨ ਕਮਿਸ਼ਨ ਦੇ ਸੀ, ਉਹਨਾਂ ਨੇ ਇਹ ਵੀ ਕਹਿਤਾ ਸੀ ਕਿ ਮੈਂ ਆਪਣੀ ਫੋਰਸ ਤਿਆਰ ਕਰਦਾ, ਤੁਸੀਂ ਆਪਦੀ ਤਿਆਰ ਕਰ ਲਓ। ਮਤਲਬ ਪੂਰਾ ਉੱਥੇ ਜਿਹੜਾ ਮਾਹੌਲ ਸੀਗਾ ਗਰਮਾ ਗਰਮ ਸੀਗਾ। ਲੇਕਿਨ ਅਸੀਂ ਆਪਦੇ ਉਸ 'ਤੇ ਅੜਿਗ ਸੀਗੇ ਕਿ ਅਸੀਂ ਇਹਨਾਂ ਪਿੰਡਾਂ ਦੇ ਵਿੱਚ ਬੀਜੇਪੀ ਜੇਜੇਪੀ ਦਾ ਪ੍ਰੋਗਰਾਮ ਨਹੀਂ ਹੋਣ ਦੇਵਾਂਗੇ, ਔਰ ਉੱਥੇ ਅਸੀਂ ਪ੍ਰੋਗਰਾਮ ਨਹੀਂ ਹੋਣ ਦਿੱਤਾ। ਅੱਛਾ, ਬੀਕੇ ਦੇ 2 ਪਾਰਟ ਬਣ ਚੁੱਕੇ ਆ, ਤੁਸੀਂ ਕੀ ਮੰਨਦੇ ਹੋ? ਤੁਸੀਂ ਏ 'ਚੋਂ ਜਾਂ ਬੀ 'ਚੋਂ? ਕਿੱਦਾਂ ਮਤਲਬ? ਤੁਸੀਂ ਉਹਨਾਂ ਦੇ ਆਰੋਪ ਲਗਾ ਰਹੇ ਹੋ ਬੀਕੇ ਦੇ ਵਿੱਚ ਡਿਵਾਈਡ ਐਜੂਕੇਸ਼ਨ ਹੋ ਚੁੱਕੀ ਹੈ, ਤੁਹਾਨੂੰ ਪਤਾ ਹੀ ਆ। ਨਹੀਂ, ਉਹ ਤੁਹਾਡੇ ਤੇ ਆਰੋਪ ਲਾ ਰਹੇ, ਤੁਸੀਂ ਉਹਨਾਂ ਤੇ ਲਾ ਰਹੇ ਹੋ। ਮੈਨੂੰ ਨਹੀਂ ਪਤਾ ਕਿਹੜੇ ਬੰਦੇ, ਤੁਹਾਨੂੰ ਨਹੀਂ ਪਤਾ, ਤੁਹਾਡੇ ਵਿੱਚੋਂ ਅਸੀਂ ਬੀਕੇ ਦੇ ਵਿੱਚ। ਜਿਵੇਂ ਕਿ ਸੁਭਾਸ਼ ਚੌਕ ਤੇ ਬੀਕੇ ਇੱਕ ਨਿਊ ਪ੍ਰੋਗਰਾਮ ਰੱਖਿਆ ਗਿਆ ਸੀਗਾ, ਜਿੱਥੇ ਕਿ
ਜੋ ਕਿਸਾਨ ਬੀਕੇਈ ਤੋਂ ਜੁੜੇ ਸੀਗੇ ਉਹਨਾਂ ਨੇ ਖੁਸ਼ੀ ਜ਼ਾਹਿਰ ਕੀਤੀ ਸੀਗੀ ਔਰ ਨੱਚ ਕੇ ਖੁਸ਼ੀ ਮਨਾਈ ਸੀਗੀ। ਤੁਸੀਂ ਕਹਿ ਰਹੇ ਹੋ ਕਿ ਖੁਸ਼ੀ ਜਾਇਜ਼ ਨਹੀਂ ਮਨਾਉਣੀ। ਦੇਖੋ ਜੀ, ਟੂ ਪਾਰਟ ਹੋ ਗਏ ਨਾ। ਨਹੀਂ ਦੇਖੋ, ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ। ਦੇਖੋ, ਸਭ ਦੇ ਆਪਦੇ ਵਿਊ ਹੁੰਦੇ ਆ। ਮਤਲਬ ਮੈਂ ਤੁਹਾਨੂੰ ਇਹ ਚੀਜ਼ ਕਿਹਾ ਕਿ ਮੇਰਾ ਮੰਨਣਾ ਹੈ ਕਿ ਜਦੋਂ ਸਾਡੇ ਕਿਸਾਨਾਂ ਦੀਆਂ ਜਿਹੜੀਆਂ ਚਿਤਾਵਾਂ ਹਾਲੇ ਤੱਕ ਠੰਡੀਆਂ ਨਹੀਂ ਹੋਈਆਂ ਤਾਂ ਅਸੀਂ ਕਿੱਦਾਂ ਜਸ਼ਨ ਮਨਾ ਸਕਦੇ ਹਾਂ? ਜਾਂ ਮੇਰੇ ਜਿਹੜੇ ਭਰਾ ਹੈ ਇਹਨਾਂ ਤੇ ਕੇਸ ਹੈ ਜਿਹੜੇ, ਜਿੰਨਾ ਚਿਰ ਉਹ ਕੇਸ ਖਾਰਿਜ ਨਹੀਂ ਹੁੰਦੇ ਤਾਂ ਅਸੀਂ ਕਿਵੇਂ ਖੁਸ਼ੀ ਮਨਾ ਸਕਦੇ, ਕਿਵੇਂ ਜਸ਼ਨ ਮਨਾ ਸਕਦੇ? ਸਾਡਾ ਜਸ਼ਨ ਅਧੂਰਾ ਹੈ। ਸਾਡਾ ਸਵਾਲ ਉਹੀ ਹੈ ਕਿ ਕਿਆ ਬੀਕੇਈ ਦੇ ਅੰਦਰ 2 ਪਾਰਟ ਹੋ ਚੁੱਕੇ ਨੇ? ਕਿਉਂਕਿ ਤੁਹਾਡੀ ਅੱਧੇ ਜਥੇਬੰਦੀ, ਤੁਹਾਡੇ ਪ੍ਰਧਾਨ ਔਲਖ ਸਾਹਿਬ ਔਰ ਮਹਾਸਚਿਵ ਗੁਰਪ੍ਰੀਤ ਸਿੰਘ ਗਿੱਲ ਔਰ ਸਚਿਵ ਗੁਰਮੀਤ ਸਿੰਘ ਢਿੱਲੋਂ, ਇਹਨਾਂ ਨੇ ਸੁਭਾਸ਼ ਚੌਕ ਦੇ ਉੱਪਰ ਇੱਕ ਉਪਰਾਲਾ ਕੀਤਾ, ਲੱਡੂ ਵੰਡੇ ਨੇ, ਪਟਾਕੇ ਵੀ ਫੋੜੇ ਗਏ ਨੇ ਔਰ ਨੱਚੇ ਟੱਪੇ ਵੀ ਨੇ ਜੀ। ਉਹ ਤਾਂ ਲੇਕਿਨ ਤੁਸੀਂ ਉਸ ਚੀਜ਼ ਦਾ ਇੱਕ ਵਿਰੋਧ ਕਰ ਰਹੇ ਹੋ ਔਰ ਇੱਕ ਤਰੀਕੇ ਨਾਲ ਤੁਸੀਂ ਇਹ ਵੀ ਕਹਿ ਰਹੇ ਹੋ ਕਿ ਕਿਤੇ ਨਾ ਕਿਤੇ ਰਾਜਨੀਤੀ ਹੋ ਰਹੀ ਹੈ। ਤਾਂ ਇਹ ਤੁਹਾਨੂੰ ਇੱਕ ਸਪਸ਼ਟ ਸਵਾਲ ਹੈ, ਕਿਆ ਤੁਸੀਂ ਬੀਕੇਈ ਦਾ ਕਿਤੇ ਨਾ ਕਿਤੇ ਵਿਰੋਧ ਕਰ ਰਹੇ ਹੋ? ਬਿਲਕੁਲ ਨਹੀਂ ਕਰ ਰਹੇ। ਬੀਕੇਈ ਦਾ ਵਿਰੋਧ ਅਸੀਂ ਕਿਉਂ ਕਰਾਂਗੇ? ਮੈਂ ਤੁਹਾਨੂੰ ਦੱਸਿਆ ਕਿ ਬੀਕੇਈ ਜਿਹੜੀ ਭਾਰਤੀ ਕਿਸਾਨ ਏਕਤਾ ਹਰਿਆਣਾ, ਅਸੀਂ ਇਸ ਨੂੰ ਆਪਣੇ ਖੂਨ ਪਸੀਨੇ ਨਾਲ ਸਿੰਚਿਆ। ਔਰ ਜਿਹੜੀ ਤੁਸੀਂ ਸੁਭਾਸ਼ ਚੌਕ ਤੇ ਗੱਲ ਕਰਦੇ ਹੋ, ਸੁਭਾਸ਼ ਚੌਕ ਦੇ ਉੱਤੇ ਜੱਟ ਭਾਈਚਾਰਾ ਤੇ ਜਿਹੜੀ ਤੁਹਾਡੀ ਮੰਡੀ ਦੀ ਜਿਹੜੀ ਯੂਨਿਟ ਹੈ, ਆੜਤੀ ਐਸੋਸੀਏਸ਼ਨ ਹੈ, ਉਹਨਾਂ ਨੇ ਇਹ ਪ੍ਰੋਗਰਾਮ ਰੱਖਿਆ ਸੀ ਔਰ ਉਹਦੇ ਵਿੱਚ ਭਾਰਤੀ ਕਿਸਾਨ ਏਕਤਾ ਨੂੰ ਵੀ ਉਹਨਾਂ ਨੇ ਇਨਵਾਈਟ ਕੀਤਾ ਸੀਗਾ। ਲੇਕਿਨ ਅਸੀਂ ਦਿੱਲੀ ਹੋਣ ਕਰਕੇ ਇੱਥੇ ਨਹੀਂ ਸੀਗੇ। ਮੈਂ ਤੁਹਾਨੂੰ ਦੱਸਿਆ ਪਹਿਲਾਂ ਵੀ, ਗੁਰੀ ਵੀ ਉੱਥੇ ਦਿੱਲੀ ਸੀ, ਮੈਂ ਵੀ ਦਿੱਲੀ ਸੀਗਾ ਤੇ ਅਸੀਂ ਬਿਜੀ ਸੀਗੇ, ਅਸੀਂ ਉੱਥੇ ਨਹੀਂ ਗਏ। ਤਾਂ ਲੇਕਿਨ ਸਾਡੀ ਕਿਸਾਨ ਏਕਤਾ ਦੇ ਪ੍ਰਧਾਨ ਨਜ਼ਰ ਆ ਰਹੇ, ਕਿਉਂਕਿ ਅੱਜ ਵੀ ਅਗਰ ਕਾਨਫਰੰਸ ਬੁਲਾਈ ਗਈ ਹੈ ਤਾਂ ਉਹ ਆਪ ਵਿੱਚ ਨਜ਼ਰ ਨਹੀਂ ਆ ਰਹੇ। ਦੇਖੋ, ਲੱਗ ਰਿਹਾ ਕਿ ਕਿਸਾਨ ਅੰਦੋਲਨ ਦੀ ਲੜਾਈ ਸਾਡੀ ਤੁਹਾਡੀ ਬੀਕੇਈ ਦੀ ਲੜਾਈ। ਦੇਖੋ ਜੀ, ਜੋ ਭਾਰਤੀ ਕਿਸਾਨ ਏਕਤਾ ਦੇ ਜਿਹੜੇ ਸਾਡੇ ਹੋਰ ਮੈਂਬਰ ਹੈ ਉਹ ਅੱਜ ਦਿੱਲੀ ਹੈ। ਐਸਕੇਐਮ ਹਰਿਆਣਾ ਦੀ ਅੱਜ ਮੀਟਿੰਗ ਸੀ, ਉੱਥੇ ਗਏ ਹੋਏ ਆ। ਤੁਸੀਂ ਦੇਖ ਸਕਦੇ ਹੋ, ਤੁਹਾਡੇ ਚੈਨਲਾਂ ਤੇ ਵੀ ਆਇਆ ਹੈ। ਹੈਪੀ ਜੀ ਸ਼ਾਇਦ ਤੁਸੀਂ ਦੇਖਿਆ ਵੀ ਸੀ ਨਾ, ਤੇ ਤੁਹਾਡੇ ਚੈਨਲਾਂ ਤੇ ਵੀ ਉਹ ਦਿੱਲੀ ਪਹੁੰਚੇ ਹੋਏ ਆ। ਅਗਰ ਸੁਭਾਸ਼ ਚੌਕ ਦੀ ਅਗਰ ਤੁਸੀਂ ਕਹਿ ਰਹੇ ਕਿ ਆੜਤੀ ਐਸੋਸੀਏਸ਼ਨ ਦੇ ਉਹ ਪ੍ਰੋਗਰਾਮ ਰੱਖਿਆ ਸੀਗਾ ਗਿਆ, ਤਾਂ ਉਹ ਬਿਲਕੁਲ ਗਲਤ ਹੈ। ਉਹ ਲਖਵਿੰਦਰ ਸਿੰਘ ਔਲਖ ਤੁਹਾਡੇ ਪ੍ਰਧਾਨ ਬੀਕੇਈ ਦੇ, ਉਹਨਾਂ ਦੁਆਰਾ ਇਹ ਪ੍ਰੋਗਰਾਮ ਰੱਖਿਆ ਗਿਆ। ਉਹ ਲਖਵਿੰਦਰ ਸਿੰਘ ਔਲਖ ਵੱਲੋਂ ਰੱਖਿਆ ਹੋ ਸਕਦਾ, ਲੇਕਿਨ ਭਾਰਤੀ ਕਿਸਾਨ ਏਕਤਾ ਦੀ ਤਰਫ ਤੋਂ ਨਹੀਂ ਰੱਖਿਆ ਗਿਆ ਸੀ। ਭਾਰਤੀ ਕਿਸਾਨ ਏਕਤਾ ਦੇ ਪ੍ਰਧਾਨ ਨੇ ਲਖਵਿੰਦਰ ਸਿੰਘ ਔਲਖ, ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ। ਨਹੀਂ, ਭਾਰਤੀ ਕਿਸਾਨ ਏਕਤਾ ਜਿਹੜੀ, ਮੈਂ ਤਾਂ ਤੁਹਾਨੂੰ ਦੱਸਿਆ, ਭਾਰਤੀ ਕਿਸਾਨ ਏਕਤਾ ਹਰਿਆਣਾ ਦੇ ਪ੍ਰੈਜ਼ੀਡੈਂਟ, ਮੈਂ ਪ੍ਰੈਜ਼ੀਡੈਂਟ ਉਹਦਾ, ਇਹ ਜਨਰਲ ਸੈਕਟਰੀ ਹੈ ਔਰ ਐਸੇ ਤਰੀਕੇ ਨਾਲ ਸਾਰੇ ਆਪਣੇ ਜਿਹੜੇ ਸਾਥੀ ਹੈ, ਤੁਹਾਨੂੰ ਪਤਾ ਹੀ ਹੈ ਅਲੱਗ-ਅਲੱਗ। ਸਾਡਾ ਪੱਤਰਕਾਰਾਂ ਦਾ ਸਵਾਲ ਤੁਹਾਡੇ ਤੋਂ ਸਿਰਫ ਆਹੀ ਹੈ ਕਿ ਪ੍ਰਧਾਨ ਡਿਵਾਈਡ ਹੋ ਗਈ ਹੈ ਬੀਕੇਈ। ਦੇਖੋ ਜੀ, ਅਗਰ ਉਹ ਮੰਨਦੇ ਹੋਣ ਤਾਂ ਆਪਾਂ ਕਹਿ ਨਹੀਂ ਸਕਦੇ, ਲੇਕਿਨ ਅਸੀਂ ਤਾਂ ਕਹਿੰਦੇ ਵੀ ਅਸੀਂ ਇੱਕ ਹਾਂ ਔਰ ਭਾਰਤੀ ਕਿਸਾਨ ਏਕਤਾ ਜਿਹੜੀ ਆ ਉਸ ਨੂੰ ਆਪਾਂ ਆਪਣੇ ਖੂਨ ਪਸੀਨੇ ਨਾਲ ਸਿੰਚਿਆ ਔਰ ਅਸੀਂ ਇਸ ਨੂੰ ਚਲਾ ਰਹੇ। ਜੀ ਲਖਵਿੰਦਰ ਔਲਖ ਨੂੰ ਭਾਰਤੀ ਕਿਸਾਨ ਏਕਤਾ ਦਾ ਮੈਂਬਰ ਮੰਨਦੇ ਹੋ? ਮੰਨਦੇ ਆ, ਮੰਨਦੇ ਮੰਨਦੇ ਆ। ਮੰਨ ਲਓ ਕੋਈ ਵੀ ਸੰਗਠਨ ਖੜਾ ਹੁੰਦਾ ਹੈ, ਜੀ। ਉਹਦੀ ਵਿਚਾਰਧਾਰਾ ਇੱਕ ਹੁੰਦੀ ਹੈ, ਉਹਦੇ ਨਾਲ ਜੁੜੇ ਲੋਕਾਂ ਦੀ ਵਿਚਾਰਧਾਰਾ ਇੱਕ ਹੁੰਦੀ ਹੈ। ਇੱਥੇ ਕਿਤੇ ਨਾ ਕਿਤੇ ਦੋ ਵਿਚਾਰ। ਦੇਖੋ, ਮੈਂ ਤੁਹਾਨੂੰ ਦੱਸਦਾ, ਵਿਚਾਰਧਾਰਾ ਦੇਖੋ, ਹਰ ਬੰਦੇ ਦੀ ਵਿਚਾਰਧਾਰਾ ਅਲੱਗ ਆ। ਆਪਣੇ ਜਿਹੜੇ ਪਰਿਵਾਰ ਦੇ ਵਿੱਚ ਮੈਂਬਰ ਹੁੰਦੇ ਉਹਨਾਂ ਦੀ ਵੀ ਸਾਰਿਆਂ ਦੀ ਵਿਚਾਰਧਾਰਾ ਇੱਕ ਨਹੀਂ ਹੁੰਦੀ, ਸਭ ਦੀ ਅਲੱਗ-ਅਲੱਗ ਵਿਚਾਰਧਾਰਾ ਹੁੰਦੀ ਹੈ। ਸੋਚਣ ਦਾ ਜ਼ਰੀਆ ਅਲੱਗ-ਅਲੱਗ ਹੁੰਦਾ, ਸਭ ਦਾ ਅਲੱਗ। ਵਿਚਾਰਧਾਰਾ ਦੇ ਪਿੱਛੇ ਬਹੁਤ ਸਾਰੇ ਲੋਕ ਜੁੜੇ ਹੋਏ ਨੇ ਜੀ। ਜਿਹੜੇ ਕਿਸਾਨ ਆ ਉਸ ਦੇ ਪਿੱਛੇ ਲੱਗੇ ਹੋਏ ਨੇ। ਮੈਂ ਤੁਹਾਨੂੰ ਇਹੀ ਕਿਹਾ ਵੀ ਜਿਹੜਾ ਕਿਸਾਨ ਹੈ, ਜਿਹੜਾ ਭੋਲਾ ਭਾਲਾ ਕਿਸਾਨ ਹੈ, ਮਜ਼ਦੂਰ ਹੈ, ਵਪਾਰੀ ਹੈ, ਅਸੀਂ ਉਹਨਾਂ ਨੂੰ ਕਹਿੰਦੇ ਵੀ ਅਸੀਂ ਉਹਨਾਂ ਨੂੰ ਯੂਜ਼ ਨਹੀਂ ਕਰਨਾ ਚਾਹੁੰਦੇ, ਉਹਨਾਂ ਦੇ ਅਸੀਂ ਹੱਕ ਦਿਵਾਉਣੇ ਆ, ਨਾ ਕਿ ਅਸੀਂ ਉਹਨਾਂ ਨੂੰ ਯੂਜ਼ ਐਂਡ ਥਰੋ। ਬੀਕੇਈ ਨੂੰ ਅਗਰ ਸੁਣਿਆ ਜਾਂਦਾ ਸੀਗਾ ਤਾਂ ਜੋ ਯੂਥ ਹੈ, ਜੋ ਨੌਜਵਾਨ ਹੈ, ਅੱਜ ਵੀ ਤੁਹਾਡੇ ਨਾਲ ਨਜ਼ਰ ਆ ਰਹੇ ਨੇ, ਉਹ ਕਿਤੇ ਨਾ ਕਿਤੇ ਮੈਕਸ ਔਰ ਗੁਰੀ ਨੂੰ ਟਾਰਗੇਟ ਕਰਕੇ ਚੱਲਦੇ ਸੀਗੇ ਕਿ ਉਹਨਾਂ ਦੀ ਕੋਲ ਆਈ ਹੈ ਔਰ ਅਸੀਂ ਅੱਜ ਬੀਕੇਈ ਦੇ ਪ੍ਰੋਗਰਾਮ ਦੇ ਵਿੱਚ ਜਾਣਾ ਹੈ। ਲੇਕਿਨ ਕਾਫੀ ਨੌਜਵਾਨ ਨੇ ਜੋ ਕਾਫੀ ਲੰਬੇ ਸਮੇਂ ਤੋਂ ਤੁਹਾਡੇ ਨਾ ਆਉਣ ਦੀ ਵਜ੍ਹਾ ਦੇ ਕਾਰਨ ਬੀਕੇਈ ਤੋਂ ਟੁੱਟੇ ਹੋਏ ਨਜ਼ਰ ਆਏ। ਦੇਖੋ ਜੀ, ਮੈਂ ਉਹੀ ਤੁਹਾਨੂੰ ਦੱਸ ਰਿਹਾ ਕਿ ਬੀਕੇਈ ਨੂੰ ਤੁਸੀਂ ਖੁਦ ਦੇਖਿਆ ਕਿ ਭਾਰਤੀ ਕਿਸਾਨ ਏਕਤਾ ਦੀ ਨੂੰ ਖੜਾ ਕਰਨ ਵਾਲੇ ਅਸੀਂ ਆ। ਉਹਦੇ ਵਿੱਚ ਜਿਹੜੇ ਸਾਥੀ ਆਪਣੇ ਯੁਵਾ ਸਾਥੀ ਹੈ, ਚਾਹੇ ਬਜ਼ੁਰਗ ਸਾਥੀ ਹੈ, ਚਾਹੇ ਸਾਡੀਆਂ ਭੈਣਾਂ ਵੀ ਉਹਦੇ ਵਿੱਚ, ਉਹਨਾਂ ਨੂੰ ਆਪਾਂ ਉਹਨਾਂ ਦੇ ਘਰ ਘਰ ਜਾ ਕੇ ਉਹਨਾਂ ਨਾਲ ਗੱਲ ਕਰਕੇ ਇਸ ਭਾਰਤੀ ਕਿਸਾਨ ਏਕਤਾ ਨਾਲ ਅਸੀਂ ਜੋੜਿਆ। ਤਾਂ ਉਹ ਕਿਤੇ ਨਾ ਕਿਤੇ ਇਮੋਸ਼ਨਲੀ ਅਟੈਚਮੈਂਟ ਉਹਨਾਂ ਦੀ ਹੁੰਦੀ ਆ, ਤਾਂ ਉਹ ਜਦੋਂ ਵੀ ਆਪਾਂ ਉਹਨਾਂ ਨੂੰ ਕਾਲ ਦਿੰਦੇ ਤਾਂ ਉਹ ਜ਼ਰੂਰ ਪਹੁੰਚਦੇ ਆ। ਬਲਕਿ ਅੱਜ ਅਸੀਂ ਕਿਸੇ ਨੂੰ ਕਾਲ ਨਹੀਂ ਕਰੀ, ਜਦੋਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਦੇਖਣਗੇ ਤਾਂ ਸਾਨੂੰ ਗੁੱਸਾ ਵੀ ਕਰਨਗੇ, ਕਹਿਣਗੇ ਵੀ ਸਾਥੀ ਸਾਨੂੰ ਕਾਲ ਕਿਉਂ ਨਹੀਂ ਕਰੀ। ਤੇ ਜੀ ਸਵਾਲ ਪੁੱਛਾਂਗੇ, ਬਹੁਤ ਜ਼ਿਆਦਾ ਟਾਈਮ ਹੋ ਗਿਆ। ਜਾਂ ਤਾਂ ਤੁਸੀਂ ਬੀਕੇਈ ਨੂੰ ਇਗਨੋਰ ਕਰ ਰਹੇ ਹੋ ਜਾਂ ਬੀਕੇਈ ਤੁਹਾਨੂੰ ਇਗਨੋਰ ਕਰ ਰਿਹਾ, ਕਿਉਂਕਿ ਪਿਛਲੇ ਦਿਨੋਂ ਤੁਹਾਨੂੰ ਪਤਾ ਦਿੱਲੀ ਬਾਰਡਰ ਤੇ ਜੱਥਾ ਰਵਾਨਾ ਹੋਇਆ ਸੀ। ਜੀ ਉਹਦੇ ਵਿੱਚ ਵੀ ਤੁਸੀਂ ਨਜ਼ਰ ਨਹੀਂ ਆਏ। ਤੁਹਾਡੇ ਜਿੰਨੇ ਗਰੁੱਪ ਦੇ ਬੰਦੇ ਬੈਠੇ ਆ, ਮਤਲਬ ਤੁਹਾਡੇ ਨਾਲ ਯੁਵਾ ਜੁੜੇ, ਇੱਕ ਵੀ ਬੰਦਾ ਨਜ਼ਰ ਨਹੀਂ ਆਇਆ। ਮੈਂ ਉਹੀ ਕਹਿ ਰਿਹਾ ਵੀ ਦੇਖੋ, ਬੀਕੇਈ ਜਦੋਂ ਉਹ ਜਿਹੜਾ ਜੱਥਾ ਸੀ ਉਹ ਭਾਰਤੀ ਕਿਸਾਨ ਏਕਤਾ ਦਾ ਜੱਥਾ ਨਹੀਂ ਗਿਆ। ਦੇਖੋ, ਤੁਸੀਂ ਭਾਰਤੀ ਕਿਸਾਨ ਏਕਤਾ ਦਾ ਜੱਥਾ ਜਦੋਂ ਦੇਖਿਆ ਹੋਊਗਾ 13 ਨੂੰ ਜਦੋਂ ਬਹੁਤ ਵੱਡਾ ਤੂਫਾਨ ਵੀ ਆਇਆ ਸੀ ਤਾਂ 286 ਗੱਡੀਆਂ ਗਈਆਂ ਸੀਗੀਆਂ।
ਉਹ ਭਾਰਤੀ ਕਿਸਾਨ ਏਕਤਾ ਦਾ ਜੱਥਾ ਗਿਆ ਸੀਗਾ। ਲੇਕਿਨ ਆਮ ਜੇ ਉਵੇਂ ਕੋਈ ਆਪਣੇ ਸਦੱਸਿਆ ਗਏ ਆ 2-4 ਗੱਡੀਆਂ ਲੈ ਕੇ ਜਾਂ ਇੱਕ ਗੱਡੀ ਲੈ ਕੇ ਗਏ ਆ, ਉਹ ਅਲੱਗ ਗੱਲ ਹੈ। ਸਾਰਾ ਲਾਈਵ ਪ੍ਰੋਗਰਾਮ ਕੀਤਾ ਹੈ। ਦੇਖੋ ਸਾਡੇ ਕਿਹੜੀ ਟੀਮ ਨੂੰ ਭਾਰਤੀ ਕਿਸਾਨ ਏਕਤਾ ਮੰਨਦੇ ਔਰ ਭਾਰਤੀ ਕਿਸਾਨ ਏਕਤਾ ਹੈ ਕਿਹੜੀ ਐਕਚੁਅਲੀ? ਕਿ ਜੋ ਲੋਕ ਗਏ ਉਹ ਫਿਰ ਭਾਰਤੀ ਕਿਸਾਨ ਏਕਤਾ ਚ ਹੈ ਉਹ ਨਹੀਂ ਸੀ। ਏਕਤਾ ਦੇ ਨਹੀਂ ਸੀ। ਜਿੰਦੇ ਅੰਦਰ ਤੁਹਾਡੇ ਪ੍ਰਧਾਨ ਜੀ ਵੀ ਉਹਦੀ ਅਗਵਾਈ ਕਰਕੇ ਗਏ ਨੇ। ਦੇਖੋ ਜੀ ਪ੍ਰਧਾਨ ਜੀ, ਔਲਖ। ਮੈਂ ਤੁਹਾਨੂੰ ਉਹੀ ਦੱਸਿਆ ਕਿ ਪ੍ਰਧਾਨ ਜੀ ਵੈਸੇ ਗਏ ਹੋਣਗੇ, ਲਖਵਿੰਦਰ ਸਿੰਘ ਔਲਖ ਤੇ ਜਿਹੜੇ ਵੀ ਸਾਥੀ ਹੈ ਜਾਂ ਦੂਸਰੇ ਸਾਥੀ, ਦੇਖੋ ਜਾਂਦੇ ਆਉਂਦੇ ਰਹਿੰਦੇ। ਹੁਣ ਜਿਵੇਂ ਐਵੇਂ ਤਾਂ ਗੁਰੀ ਸੇਖੋਂ ਵੀ ਗਿਆ ਸੀਗਾ ਪਿੱਛੇ, ਜਿਵੇਂ ਭਾਰਦਵਾਜ ਗਿਆ ਸੀ, ਇਹ ਆਪਣੇ ਭਾਰਤੀ ਕਿਸਾਨ ਏਕਤਾ ਨਾਲ ਜੁੜੇ ਹੋਏ। ਤੁਸੀਂ ਕੀ ਕਹੋਗੇ ਕਿ ਭਾਰਤੀ ਕਿਸਾਨ ਏਕਤਾ ਦੀ ਜਾਇਆ ਗਿਆ ਸੀ ਉੱਥੇ, ਇਹ ਜਿਹੜੇ ਕਾਫਲੇ ਰਵਾਨਾ ਹੋਏ ਨੇ ਜੀ। ਸੰਯੁਕਤ ਕਿਸਾਨ ਮੋਰਚੇ ਕਨਿਓ ਆਹਵਾਨ ਕੀਤਾ ਗਿਆ ਸੀ ਕਿ ਦਿੱਲੀ ਕੂਚ ਕਰਨੀ ਜੀ, ਜੀ। ਉਹਦੇ ਦੌਰਾਨ BKE ਨੇ ਕਿਹਾ ਕਿ ਸਾਡਾ ਜੱਥਾ ਰਵਾਨਾ ਹੋਇਆ, ਜੋ ਕਿ ਸਾਰੇ ਚੈਨਲਾਂ ਨੇ ਕਵਰ ਵੀ ਕੀਤਾ। ਹੁਣ ਤੁਸੀਂ ਕੀ ਕਹਿੰਦੇ ਹੋ, BKE ਹੈ ਸੀ ਜਾਂ ਉਹ BKE ਤੋਂ ਬਾਹਰ ਦੇ ਬੰਦੇ ਸੀ? ਦੇਖੋ ਕੋਈ ਪਰਸਨਲੀ ਆਪਣੇ ਤੌਰ ਦੇਖੋ ਆਪਣੇ ਪਰਸਨਲ ਤੌਰ ਤੇ ਗਏ ਸੀ। ਭਾਰਤੀ ਕਿਸਾਨ ਏਕਤਾ ਜਦੋਂ ਵੀ ਕੋਈ ਪ੍ਰੋਗਰਾਮ ਕਰਦੀ ਆ, ਉਸ ਦੀ ਅਸੀਂ ਇੱਕ ਸਪੈਸ਼ਲ ਮੀਟਿੰਗ ਬੁਲਾਉਂਦੇ ਆ। ਸਾਰੇ ਉਹਦੇ ਵਿੱਚ ਸਾਡੇ ਜਿੰਨੇ ਵੀ ਪਦਾਧਿਕਾਰੀ ਹੁੰਦੇ ਆ, ਆਫੀਸ਼ੀਅਲੀ ਗੱਲ ਕਰੂੰਗਾ ਮੈਂ। ਅਨਆਫੀਸ਼ੀਅਲੀ ਤਾਂ ਦੇਖੋ ਤੁਸੀਂ, ਮੈਂ ਜੇ 4 ਗੱਡੀਆਂ ਲੈ ਗਿਆ, ਮੈਂ ਉਹਨੂੰ ਕਹਾਂ ਕਿ ਭਾਰਤੀ ਕਿਸਾਨ ਏਕਤਾ ਦੀ ਟੀਮ ਨੂੰ ਮੈਂ ਲੈ ਗਿਆ, ਤਾਂ ਉਸ ਨੂੰ ਨਹੀਂ ਮੰਨਿਆ ਜਾਂਦਾ। ਮੈਂ ਆਫੀਸ਼ੀਅਲੀ ਗੱਲ ਕਰਦਾ। ਜਿਵੇਂ ਸਾਡਾ 13 ਨੂੰ ਪਿੱਛੇ ਆਫੀਸ਼ੀਅਲੀ ਗਿਆ ਸੀ ਤਾਂ 286 ਗੱਡੀਆਂ ਗਈਆਂ ਸੀ। ਤੁਸੀਂ ਆਪ ਕਵਰ ਕਰਿਆ ਸੀ ਸਾਰਿਆਂ ਨੇ ਟੋਲ ਤੋਂ, ਹੈ ਨਾ ਮੈਕਸੀ ਭਾਰਤੀ ਜੀ। ਕਿਸਾਨ ਏਕਤਾ ਰਜਿਸਟਰਡ, ਇਹ ਸੰਗਠਨ ਰਜਿਸਟਰਡ ਹੈ। ਦੇਖੋ ਜੀ, ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਕਿ ਜਿੰਨੇ ਵੀ ਸੰਗਠਨ ਹੈ ਹਰਿਆਣਾ ਦੇ ਵਿੱਚ, ਕੋਈ ਵੀ ਜਥੇਬੰਦੀ ਜਿਹੜੀ ਆ ਉਹ ਰਜਿਸਟਰਡ ਨਹੀਂ ਹੈ। ਇਹ ਜਿੰਨੀਆਂ ਵੀ ਜਿਹੜੀ ਉੱਪਰ ਦੀਆਂ ਜਥੇਬੰਦੀਆਂ ਪੁਰਾਣੀਆਂ ਜਿਹੜੀਆਂ ਚੱਲ ਰਹੀਆਂ, ਸਿਰਫ ਉਹ ਰਜਿਸਟਰਡ ਹੈ। ਅਗਰ ਕੋਈ ਵੀ ਕਹਿੰਦਾ ਕਿ ਮੇਰੀ ਜਥੇਬੰਦੀ ਰਜਿਸਟਰਡ ਹੈ, ਤਾਂ ਕੋਈ ਵੀ ਜਥੇਬੰਦੀ ਰਜਿਸਟਰਡ ਨਹੀਂ ਹੈ, ਕਿਉਂਕਿ ਇਹਦਾ ਇੱਕ ਅਲੱਗ ਪ੍ਰੋਸੀਜਰ ਹੁੰਦਾ। ਕੋਈ ਇਹ ਨਹੀਂ ਕਿ ਤੁਸੀਂ ਆਪਦੀ ਜ਼ਿਲ੍ਹਾ ਈ ਦਿਸ਼ਾ 'ਚ ਜਾ ਕੇ ਜਥੇਬੰਦੀ ਨੂੰ ਰਜਿਸਟਰਡ ਕਰਾ ਲਓਗੇ। ਰਜਿਸਟਰਡ ਇੱਥੇ ਨਹੀਂ ਹੁੰਦੀ। ਇਹਦੇ ਨਾਲ ਜੀ ਗੱਲ ਕਰੀਏ ਕਿ ਜਿਸ ਤਰ੍ਹਾਂ ਨਾਲ ਫਿਰ ਭੋਲੇ ਕਿਸਾਨਾਂ ਨੂੰ ਮਤਲਬ ਬੇਵਕੂਫ ਬਣਾਇਆ ਜਾ ਰਿਹਾ, ਕਿਉਂਕਿ ਉਸ ਦੌਰਾਨ ਜੋ ਪ੍ਰਹਲਾਦ ਸਿੰਘ ਭਾਰੂ ਖੇੜਾ ਦੀ ਹਰਿਆਣਾ ਕਿਸਾਨ ਮੰਚ ਹੈਗਾ, ਉਹਨਾਂ ਦੇ ਵੀ ਜੱਥੇ ਰਵਾਨਾ ਹੋਏ ਸੀ। BKE ਚੜੂਨੀ ਦੇ ਵੀ ਇੱਕ ਦਿਨ ਪਹਿਲਾਂ ਜੱਥਾ ਰਵਾਨਾ ਹੋਇਆ, ਉਸੇ ਤਰ੍ਹਾਂ BKE ਦਾ ਵੀ ਕਿਹਾ ਗਿਆ। ਦੇਖੋ ਜੀ, ਮੈਂ ਤੁਹਾਨੂੰ ਕੁਝ ਗੱਲ ਦੱਸੀ ਹੈ ਕਿ ਭਾਰਤੀ ਕਿਸਾਨ ਏਕਤਾ ਜੋ ਵੀ ਕੋਈ ਵੀ ਪ੍ਰੋਗਰਾਮ ਕਰਦੀ ਹੈ, ਉਹਦੀ ਬਕਾਇਦਾ ਪਹਿਲੇ ਮੀਟਿੰਗ ਹੁੰਦੀ ਹੈ। ਮੀਟਿੰਗ ਦੇ ਵਿੱਚ ਡਿਸਾਈਡ ਹੁੰਦਾ ਕਿ ਆਪਾਂ ਕੀ ਪ੍ਰੋਗਰਾਮ ਕਰਨਾ, ਉਹਦੇ ਵਿੱਚ ਕੀ ਹੋਊਗਾ। ਔਰ ਇਸ ਤਰੀਕੇ ਦੀ ਕੋਈ ਮੀਟਿੰਗ ਨਹੀਂ ਹੋਈ, ਕੁਝ ਨਹੀਂ ਹੋਇਆ। ਜੋ ਪਰਸਨਲ ਆਪਦੀਆਂ ਗੱਡੀਆਂ, ਇੱਕ ਗੱਡੀ ਜਾਂ 4 ਗੱਡੀਆਂ ਲੈ ਕੇ ਗਏ, ਤਾਂ ਉਸ ਨੂੰ ਤੁਸੀਂ ਭਾਰਤੀ ਕਿਸਾਨ ਏਕਤਾ ਦਾ ਜੱਥਾ ਨਹੀਂ ਕਹਿ ਸਕਦੇ। ਦੂਸਰੀਆਂ ਜਿਹੜੀਆਂ ਜਥੇਬੰਦੀਆਂ, ਦੇਖੋ ਉਹਨਾਂ ਬਾਰੇ ਤਾਂ ਮੈਂ ਕੁਝ ਕਹਿ ਨਹੀਂ ਸਕਦਾ ਵੀ ਕੋਈ ਵੀ, ਸਭ ਨੂੰ ਅਧਿਕਾਰ ਹੈ ਆਪਣਾ ਜੋ ਵੀ ਦਿੱਲੀ ਜਾਣ ਦਾ, ਔਰ ਜਾਣਾ ਵੀ ਚਾਹੀਦਾ ਹੈ। ਮੈਕਸੀ 90% ਅੰਦੋਲਨ ਹੈ ਜੋ ਕਿਸਾਨ ਜਿੱਤ ਚੁੱਕੇ ਨੇ ਜੀ। ਅੱਜ ਸੰਯੁਕਤ ਕਿਸਾਨ ਮੋਰਚਾ ਹਰਿਆਣਾ ਦੀ ਵੀ ਮੀਟਿੰਗ ਹੋ ਰਹੀ ਹੈ। ਭਾਰਤੀ ਕਿਸਾਨ ਏਕਤਾ ਕਮੇਟੀ ਅੱਗੇ ਦੀ ਕੀ ਗਤੀਵਿਧੀ ਹੈ? ਤੁਸੀਂ ਆਪਣੇ ਸੰਗਠਨ ਵਿੱਚ ਅੱਗੇ ਨਵਾਂ ਕੀ ਕਰ ਰਹੇ ਹੋ? ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਸੰਗਠਨ ਦੇ ਅੰਦਰ ਅਸੀਂ ਜਿਹੜੇ ਸਾਡੇ ਸਾਥੀ ਹੈ, ਜਿਨ੍ਹਾਂ ਨੇ ਇਸ ਅੰਦੋਲਨ ਦੇ ਅੰਦਰ ਦਿਨ ਰਾਤ ਇੱਕ ਕੀਤਾ, ਲੜਾਈਆਂ ਲੜੀਆਂ, ਜਿਨ੍ਹਾਂ ਤੇ ਕੇਸ ਹੋਏ, ਮਤਲਬ ਲੱਠ ਖਾਦੇ, ਬੈਰੀਕੇਡ ਤੋੜੇ, ਉਹ ਸਾਥੀ ਜਿਹੜੇ ਆ ਉਹ ਜਿੱਤ ਦੇ ਹੱਕਦਾਰ ਹੈ ਸਾਰੇ। ਤੇ ਉਹਨਾਂ ਦੀ ਜਿਹੜੀ ਅਸੀਂ ਪ੍ਰਮੋਸ਼ਨ ਵੀ ਅੱਜ ਕਰ ਰਹੇ ਹਾਂ। ਕੁਝ ਲਿਸਟ ਅਸੀਂ ਤੁਹਾਨੂੰ ਹੁਣ ਪੜ੍ਹ ਕੇ ਗੁਰੀ ਸੁਣਾ ਵੀ ਦੇਊਗਾ, ਉਸ ਤੋਂ ਬਾਅਦ ਅਸੀਂ ਤੁਹਾਨੂੰ ਲਿਸਟ ਪੂਰੀ ਦੇ ਵੀ ਦੇਵਾਂਗੇ ਵੀ ਕਿਹਦੀ ਕੀ ਪ੍ਰਮੋਸ਼ਨ ਹੋਈ ਹੈ। ਗੁਰੀ ਤੁਹਾਨੂੰ ਦੱਸ ਦਿੰਦਾ ਹੁਣੇ ਬੋਲ ਕੇ। BKE ਦੇ ਅਲੱਗ-ਅਲੱਗ ਮੈਂਬਰ ਕਹੇ ਜਾ ਰਹੇ, BKE ਨੂੰ ਕਿਵੇਂ ਮਜ਼ਬੂਤ ਕਰੇਗਾ ਤੁਹਾਡੇ ਕਨੇ ਸੰਗਠਨ ਵਿੱਚ? ਕਿਸ ਤਰ੍ਹਾਂ ਕਹਿ ਰਹੇ ਹੋ? BKE ਦੇ ਜਿਹੜੇ ਲੱਖਾ ਜੀ ਹੈਗੇ, ਤੁਸੀਂ ਉਹਨਾਂ ਨੂੰ ਕਹਿ ਰਹੇ ਹੋ ਕਿ ਆਪਣੇ ਪਰਸਨਲ ਗੱਡੀਆਂ ਲੈ ਕੇ ਗਏ, ਪਰ ਕਿਤੇ ਨਾ ਕਿਤੇ BKE ਕਮਜ਼ੋਰ ਨਜ਼ਰ ਆ ਰਹੀ ਹੈ ਪਹਿਲੇ ਦੇ ਮੁਕਾਬਲੇ। ਨਹੀਂ, ਦੇਖੋਗੇ ਤੁਸੀਂ ਆਉਣ ਵਾਲੇ ਟਾਈਮ 'ਚ ਦੇਖੋਗੇ। ਹੁਣ ਅਸੀਂ ਥੋੜਾ ਦਿੱਲੀ ਬਿਜੀ ਸੀਗੇ, ਤੁਸੀਂ ਆਉਣ ਵਾਲੇ ਦਿਨਾਂ 'ਚ ਦੇਖੋਗੇ ਕਿ ਜੋ ਵੀ ਪ੍ਰੋਗਰਾਮ ਹੋਊਗਾ। ਦੇਖੋ ਪਤਾ ਕੀ ਹੈ, ਇੱਕ ਤਾਂ ਹੁਣ ਜਿਵੇਂ ਅੰਦੋਲਨ ਦੀ ਜਿਹੜੀ ਆਪਾਂ 80% ਲੜਾਈ ਹੈ, ਜਿਹੜੀ ਮੇਨ ਆਪਣੇ 3 ਕਾਲੇ ਕਾਨੂੰਨ ਸੀ, ਉਹ ਆਪਾਂ ਜਿੱਤ ਚੁੱਕੇ ਹਾਂ। ਉਸ ਤੋਂ ਬਾਅਦ MSP ਗਰੰਟੀ ਕਾਨੂੰਨ ਤੇ ਜਿਹੜੇ ਹੋਰ ਆਪਣੇ ਕੇਸਾਂ ਵਾਲੀ ਗੱਲ ਹੈ, ਜਾਂ ਉੱਥੇ ਬਾਰਡਰ ਤੇ ਜੋ ਵੀ ਆਪਣਾ ਸੰਯੁਕਤ ਮੋਰਚਾ ਕਹੂਗਾ, ਉਹਨਾਂ ਨੂੰ ਲੈ ਕੇ ਜਿਹੜੀ ਬਾਕੀ ਦੀ ਲੜਾਈ, ਉਹ ਜਦੋਂ ਆਪਾਂ ਜਿੱਤ ਲਾਂਗੇ ਤਾਂ ਆਪਾਂ ਜਸ਼ਨ ਵੀ ਮਨਾਵਾਂਗੇ, ਸਭ ਕੁਝ ਕਰਾਂਗੇ। ਉਹਦੇ ਨਾਲ ਤੁਸੀਂ ਕਿਹਾ ਕਿ ਤੁਸੀਂ ਘੱਟ ਨਜ਼ਰ ਆ ਰਹੇ ਹੋ, ਪ੍ਰੋਗਰਾਮ ਨਹੀਂ ਹੋ ਰਹੇ, ਕਿਉਂਕਿ ਹੁਣ ਆਪਣਾ ਉੱਤੋਂ ਆਦੇਸ਼ ਹੈ ਕਿ ਹੁਣ ਆਪਾਂ ਜੋ ਵੀ BJP ਪ੍ਰੋਗਰਾਮ ਕਰਦੀ ਜਾਂ ਕੁਝ ਵੀ, ਉਹਦਾ ਆਪਾਂ ਵਿਰੋਧ ਨਹੀਂ ਕਰ ਰਹੇ। ਕਿਉਂਕਿ ਪਹਿਲਾਂ ਇਹ ਸੀਗਾ ਕਿ ਦੁਸ਼ਯੰਤ ਆ ਗਿਆ, ਉਹਨੂੰ ਘੇਰਨਾ ਹੈ, ਜਾਂ ਕੋਈ BJP ਦਾ ਆ ਗਿਆ ਜਾਂ JJP ਦਾ ਆ ਗਿਆ, ਉਹਨੂੰ ਘੇਰਨਾ। ਉਸ ਕਰਕੇ ਰੋਜ਼ ਪ੍ਰੋਗਰਾਮ ਬਣ ਜਾਂਦੇ ਸੀਗੇ। ਹੁਣ ਦੇਖੋਗੇ ਤੁਸੀਂ ਕਿਸੇ ਵੀ ਜਥੇਬੰਦੀ ਦਾ ਕੋਈ ਵੀ ਪ੍ਰੋਗਰਾਮ ਨਹੀਂ ਹੋ ਰਿਹਾ, ਕਿਉਂਕਿ ਉਵੇਂ ਦੀ ਕੋਈ ਵਿਰੋਧ ਵਾਲਾ ਸਿਸਟਮ ਹੀ ਨਹੀਂ ਰਿਹਾ। ਹੁਣ ਜਿਵੇਂ ਵੀ ਕੋਈ ਪ੍ਰੋਗਰਾਮ ਹੋਊਗਾ, ਜਾਂ ਕਿਸਾਨ ਭਰਾਵਾਂ ਨਾਲ ਸਾਡੇ ਨਾਲ ਕੋਈ ਵੀ ਜਾਤੀ ਹੋਊਗੀ, ਤਾਂ ਅਸੀਂ ਖੜਾਂਗੇ ਉਸੇ ਤਰੀਕੇ ਨਾਲ। ਮੈਂ ਕਹਿੰਦਾ ਉਸ ਤੋਂ ਦੁੱਗਣੀ ਤਾਕਤ ਦੇ ਨਾਲ ਅਸੀਂ ਲੜਾਂਗੇ। ਯਾਨੀ ਕਿ ਕਿਸਾਨ ਅੰਦੋਲਨ ਦੇ ਵਿੱਚ BKE ਆਪਣੇ ਫੈਸਲੇ ਖੁਦ ਲੈਂਦੀ ਆ, ਨਾ ਕਿ ਸੰਯੁਕਤ ਕਿਸਾਨ ਮੋਰਚਾ ਦੀ ਕਾਲ ਤੇ। ਨਹੀਂ, ਬਿਲਕੁਲ ਸੰਯੁਕਤ ਕਿਸਾਨ ਮੋਰਚਾ ਦੀ ਉਸ ਤੇ ਲੈਣੇ ਫਿਰ ਅਸੀਂ। ਉਹਨਾਂ ਨੇ ਕਿਹਾ ਸੀ ਕਿ ਤੁਸੀਂ ਉੱਥੇ ਦਿੱਲੀ ਪਹੁੰਚੋ 26 ਤਰੀਕ ਨੂੰ। ਕਿਸ ਤਰ੍ਹਾਂ? ਜਦੋਂ ਜੱਥਾ ਲੈ ਕੇ ਤੁਸੀਂ ਕਹਿ ਰਹੇ ਹੋ, ਜੋ ਲੋਕ ਪਹੁੰਚੇ ਸੀ ਉਹ BKE ਤੋਂ ਨਹੀਂ ਸੀਗੇ। ਔਰ BKE ਉਹ ਸੰਯੁਕਤ ਕਿਸਾਨ ਮੋਰਚਾ ਦੀ ਕਾਲ ਸੀ, BKE ਗਈ ਨਹੀਂ। ਠੀਕ ਹੈ, ਤੁਸੀਂ ਉਹ ਵੀ ਇਗਨੋਰ ਕਰ ਰਹੇ ਹੋ। ਤੁਸੀਂ ਆਪ ਮੈਂ ਤੁਹਾਨੂੰ ਦੱਸਦਾ,
ਸਾਡੀ ਡਾਕਟਰ ਸਵਾਈ ਮਾਨ ਜੀ ਨਾਲ, ਤੇ ਉੱਥੇ ਸਾਰੀ ਮੈਂ ਹੁਣੇ ਦੱਸਿਆ ਨਾ ਇਹਨੇ ਭਰਾ ਨੇ ਕਿ ਉੱਥੇ ਸਾਡੀਆਂ ਡਿਊਟੀਆਂ ਸੀ, ਅਸੀਂ ਸਾਰੇ ਭਰਾ ਉੱਥੇ ਲੱਗੇ ਹੋਏ ਸੀ। ਔਰ ਕੁਝ ਸਾਥੀ ਜਿਹੜੇ ਸਾਡੇ ਸੀਗੇ ਬਿਜਾਈ ਦੇ ਅੰਦਰ ਲੱਗੇ ਹੋਏ ਸੀ। ਤੁਹਾਨੂੰ ਪਤਾ ਕਿ ਸੀਜ਼ਨ ਦਾ ਟਾਈਮ ਆ, ਬਿਜਾਈ ਦੇ ਅੰਦਰ ਲੱਗੇ ਹੋਏ ਸੀਗੇ। ਤਾਂ ਜਿਹੜੇ ਆਪਣੇ ਦੂਸਰੀਆਂ ਜਥੇਬੰਦੀਆਂ ਵੀ ਲੈ ਗਈਆਂ, ਗੱਲ ਤਾਂ ਇੱਕੋ ਹੀ ਆ। ਦੇਖੋ ਮੈਂ ਸਾਨੂੰ ਬਾਰ-ਬਾਰ ਸਾਡੇ ਕੋਲ ਇਸ ਤਰ੍ਹਾਂ ਦੀ ਮੀਟਿੰਗ ਹੀ ਨਹੀਂ ਹੋਈ ਵੀ ਹਾਂ ਸਾਡੀ, ਕਿਉਂਕਿ ਅਸੀਂ ਤਾਂ ਦਿੱਲੀ ਆ ਸਾਰੇ, ਕਿਉਂਕਿ ਆਪਾਂ ਦਿੱਲੀ ਡਿਊਟੀ ਲਾ ਰੱਖੀ ਸੀ। ਇੱਕ ਹਫ਼ਤੇ ਦੇ ਵਿੱਚ 2 ਪ੍ਰੋਗਰਾਮ ਬੀਕੇ ਦੇ ਲਗਭਗ ਫਾਈਨਲ ਹੁੰਦੇ ਸੀਗੇ, ਤੁਸੀਂ ਕਿਸੇ 'ਚ ਨਜ਼ਰ ਨਹੀਂ ਆਏ। ਨਹੀਂ ਉਹਨਾਂ ਦੀ ਆਫੀਸ਼ੀਅਲੀ ਬਾਅਦ ਚੁਣਾਵ ਤੋਂ ਬਾਅਦ ਤੁਸੀਂ ਨਜ਼ਰ ਨਹੀਂ ਆਏ। ਦੇਖੋ ਜਿਹੜੇ ਉਹ 2 ਪ੍ਰੋਗਰਾਮ ਜਿਨ੍ਹਾਂ ਦੀ ਤੁਸੀਂ ਗੱਲ ਕਰਦੇ ਹੋ ਆਫੀਸ਼ੀਅਲੀ ਪ੍ਰੋਗਰਾਮ ਨਹੀਂ ਸੀਗੇ, ਉਹ ਹਾਂ ਨਾ ਆਫੀਸ਼ੀਅਲੀ ਸੀ। ਕਿਉਂਕਿ ਜਿਹੜਾ ਮੰਡੀ ਦੇ ਅੰਦਰ ਵੀ ਪ੍ਰੋਗਰਾਮ ਹੋਇਆ ਉਹ ਵੀ ਆੜਤੀ ਐਸੋਸੀਏਸ਼ਨ ਦਾ ਪ੍ਰੋਗਰਾਮ ਸੀ, ਸਰਕਾਰੀਆ ਜੀ ਨਾਲ ਤੁਸੀਂ ਗੱਲ ਕਰਕੇ ਪੁੱਛ ਸਕਦੇ ਹੋ। ਵਿਅਕਤੀਗਤ ਤੌਰ ਤੇ ਫਿਰ ਇਹ ਪ੍ਰੋਗਰਾਮ ਕੀਤੇ ਗਏ ਨੇ ਬੀਕੇ ਦਾ ਨਾਮ ਲੈ ਕੇ, ਕਿਹਨੂੰ ਮੰਨਦੇ ਹੋ ਕਿ ਕੌਣ ਕਰ ਰਿਹਾ ਸੀ? ਦੇਖੋ ਜੀ ਹੁਣ ਕੋਈ ਵੀ ਪ੍ਰੋਗਰਾਮ ਕਰ ਰਿਹਾ, ਜਿਵੇਂ ਮੰਡੀ ਐਸੋਸੀਏਸ਼ਨ ਕਰ ਰਹੀ ਹੈ ਜਾਂ ਮਜ਼ਦੂਰ ਵਰਗ ਕਰ ਰਿਹਾ ਜਾਂ ਕੋਈ ਵੀ ਕਰ ਰਿਹਾ ਨਾ, ਉਹਦੇ ਅੰਦਰ ਉਹਨਾਂ ਨੇ ਕੁਝ ਆਪਣੇ ਸਾਥੀਆਂ ਨੂੰ ਬੁਲਾ ਲਿਆ ਕਿਉਂਕਿ ਉਹ ਮੰਡੀ ਏਰੀਆ 'ਚ ਰਹਿੰਦੇ ਆ। ਤਾਂ ਉਹ ਇਹ ਨਹੀਂ ਕਹਿ ਸਕਦੇ ਕਿ ਆਫੀਸ਼ੀਅਲੀ ਪ੍ਰੋਗਰਾਮ ਜਿਹੜਾ ਉਹ ਭਾਰਤੀ ਕਿਸਾਨ ਏਕਤਾ ਦਾ ਨਹੀਂ ਹੈ। ਪੂਰੀ ਸੀ ਲਿਸਟ ਦੋਗੇ? ਬੋਲ ਹੀ ਦਿੰਦਾ ਗੁਰਪ੍ਰੀਤ ਸਿੰਘ ਗਿੱਲ ਹੈ, ਤਲਵਾੜਾ ਗੋਪੀ ਪ੍ਰਧਾਨ, ਉਹਨਾਂ ਨੂੰ ਜ਼ਿਲ੍ਹਾ ਅਧਿਕਸ਼ ਬਣਾਤਾ, ਨਿਯੁਕਤ ਜੋ ਕੀਤਾ। ਪਹਿਲਾਂ ਜ਼ਿਲ੍ਹਾ ਉਪਾਧਿਕਸ਼ ਮਾਸਟਰ ਸੀ। ਗਗਨ ਸੰਧੂ ਜ਼ਿਲ੍ਹਾ ਉਪਾਧਿਕਸ਼, ਬਲਜਿੰਦਰ ਸਿੰਘ ਵੈਦਵਾਲਾ ਜ਼ਿਲ੍ਹਾ ਮਹਾਸਚਿਵ, ਅਵਤਾਰ ਸਿੰਘ ਬਰਾੜ ਨੂੰ ਜ਼ਿਲ੍ਹਾ ਰਾਜਾ ਕਾਰਿਆਕਰਨੀ ਚ ਪਾਇਆ ਗਿਆ। ਉਦੈ ਪ੍ਰਤਾਪ ਗਿੱਲ ਜ਼ਿਲ੍ਹਾ ਸਚਿਵ, ਸਾਹਿਬ ਸਿੰਘ ਘੁੰਮਣ ਜ਼ਿਲ੍ਹਾ ਸਹਿ ਸਚਿਵ, ਵਿਕਰਮ ਔਲਖ ਹਲਕਾ ਕਾਰਿਆਕਰਨੀ, ਹਰਦੀਪ ਸੰਧੂ ਜੀ ਨੂੰ ਹਲਕਾ ਪ੍ਰਧਾਨ ਬਣਾਇਆ ਗਿਆ ਐਲਨਾਬਾਦ ਦਾ, ਵਿਕਾਸ ਗੁਦਾਰਾ ਜ਼ਿਲ੍ਹਾ ਕਾਰਿਆਕਰਨੀ, ਸਿਮੂ ਲੋਰੀਆ ਜ਼ਿਲ੍ਹਾ ਕਾਰਿਆਕਰਨੀ ਸਦੱਸਿਆ। ਬਾਕੀ ਲਿਸਟ ਦੇ ਦਿਓ। ਬਾਕੀ ਲਿਸਟ ਤੁਹਾਨੂੰ ਮੈਂ ਸ਼ੇਅਰ ਕਰ ਲਿਸਟ ਦੂੰਗਾ। ਉਹਨੇ share ਇੱਕ ਕਰ ਨਾਮ ਦੇਣਾ। ਹੋਰ ਬੋਲ ਦਿੰਦਾ, ਸੰਦੀਪ ਸਿੱਧੂ ਝੀੜੀ ਤੋਂ, ਉਹਨਾਂ ਨੂੰ ਪ੍ਰਧਾਨ ਬਣਾਇਆ ਗਿਆ ਹਲਕਾ ਕਾਲਿਆਂ ਵਾਲੀ ਦਾ। ਕਾਲਾਂ ਵਾਲੀ ਹਲਕਾ। ਯਾਦਾ ਹੁੰਦਰਾ ਨੂੰ ਬਲਾਕ ਪ੍ਰਧਾਨ ਬਣਾਇਆ ਗਿਆ। ਹੈਪੀ ਦੰਦੀਵਾਲਾ ਨੂੰ ਰਾਜਾ ਕਰਨੀ ਸਦੱਸਿਆ ਸਰ ਬਣਾਇਆ ਇੱਕ ਸਵਾਲ ਇਸ ਜੀ। ਤੁਸੀਂ ਕਰਦੇ ਆ ਜਿਹੜੇ ਪਹਿਲਾਂ ਨਹੀਂ, ਪਹਿਲਾਂ ਆਲਰੇਡੀ ਹੈਗੇ ਆ ਜੀ। ਜਿਹੜੇ ਮਹਾਸਚਿਵ ਜਾਂ ਪ੍ਰਧਾਨ ਜੀ। ਉਹ ਵੀ ਚੇਂਜ ਕੀਤੇ ਗਏ ਜਾਂ ਨਹੀਂ ਜਿਹੜੀ ਉੱਪਰਲੀ ਕਾਰਿਆਕਰਨੀ ਉਹ ਸੇਮ ਹੈ। ਉੱਪਰ ਦੀ ਸੇਮ ਹੈ, ਨੀਚੇ ਜਿਹੜਿਆਂ ਨੇ ਵਧੀਆ ਕੰਮ ਕਰਿਆ ਉਹਨਾਂ ਨੂੰ ਜਿਵੇਂ ਹਲਕੇ ਚੋਂ ਡਿਸਟ੍ਰਿਕਟ ਚ ਲਿਆਇਆ, ਅਲੱਗ-ਅਲੱਗ ਮਤਲਬ ਉਹਨਾਂ ਦੀ ਪ੍ਰਮੋਸ਼ਨ ਦਿੱਤੀ। ਔਰ ਆਉਣ ਵਾਲੇ ਟਾਈਮ 'ਚ ਹੋਰ ਵੀ ਜਿਹੜੇ ਸਾਥੀ ਉਹਨਾਂ ਦੀ ਲਿਸਟ ਤੁਹਾਨੂੰ ਅਸੀਂ ਜਾਰੀ ਕਰ ਦਾਂਗੇ ਇਹ ਬੀਕੇ ਜਿਹੜੇ ਦੀ ਨਵੇਂ। ਟੀਮ ਦੇ ਸਾਰਿਆਂ ਦੇ ਅੰਡਰ ਹੈਗੀ ਹੈ ਜਾਂ ਇਹ ਤੁਹਾਡੇ ਆਪਣੇ ਵਿਅਕਤੀਗਤ ਤੌਰ ਤੇ? ਨਹੀਂ ਸਭ ਦੇ ਸਭ under ਦੇ ਹੈ। ਪੂਰੀ ਭਾਰਤੀ ਕਿਸਾਨ ਏਕਤਾ ਦੇ ਅੰਡਰ। ਤੁਸੀਂ ਦੇਖੋ ਜੀ, ਪੂਰੇ ਅੰਦੋਲਨ ਦੇ ਵਿੱਚ ਤੁਸੀਂ ਟੀਮ ਦੇਖੀ ਹੈ ਸਾਡੀ ਟੀਮ ਬਹੁਤ ਵੱਡੀ ਆ। ਸਭ ਤੋਂ ਪਹਿਲਾਂ ਕੋਈ ਵਿਰੋਧ ਕਰਨਾ ਹੋਵੇ ਸਾਡੀ ਟੀਮ ਨੇ ਕੀਤਾ। ਔਰ ਸਾਡੀ ਟੀਮ ਇਹ ਨਹੀਂ ਹੈ ਕਿ 2-4 ਅਸੀਂ ਜਦੋਂ ਕਾਫਲਾ ਲੈ ਕੇ ਜਾਵਾਂਗੇ 286 ਗੱਡੀਆਂ ਉਦੋਂ ਗਈਆਂ ਸੀ। ਔਰ ਤੁਸੀਂ ਇਹ ਦੇਖਿਆ ਸੀ, ਅਸੀਂ 10 ਦਿਨ ਪਹਿਲਾਂ ਅਫੀਸ਼ੀਅਲ ਮੀਟਿੰਗ ਕਰਕੇ 10 ਦਿਨ ਪਹਿਲਾਂ ਪੂਰੇ ਪਿੰਡਾਂ ਦੇ ਵਿੱਚ ਅਸੀਂ ਇੱਕ ਪਿੰਡ ਨੂੰ ਜਾ ਕੇ ਕਿਹਾ ਸੀਗਾ ਕਿ ਤੁਸੀਂ ਸਾਡੇ ਨਾਲ ਚੱਲੋ। ਅਗਰ ਮੈਂ ਅੱਜ ਸਵੇਰ ਹੁਣ ਮੈਂ ਉੱਠ ਕੇ ਕਹਿ ਦੇਣਾ ਕਿ ਸਾਡੀ ਬੀਕੇ ਟੀਮ ਦਾ ਜੱਥਾ ਸਵੇਰੇ ਰਵਾਨਾ ਹੋ ਰਿਹਾ, ਤਾਂ ਉਹਨੂੰ ਤੁਸੀਂ ਕਿਵੇਂ ਫੈਸਲਾ ਮੰਨੋਗੇ? ਉਹ ਤਾਂ ਜਦੋਂ ਸਾਰਾ ਕਾਰਿਆਕਰਨੀ ਬੈਠੂਗੀ, ਸਾਰਾ ਕਾਰਿਆਕਰਨੀ ਡਿਸਾਈਡ ਕਰੂਗੀ, ਉਸ ਤੋਂ ਬਾਅਦ ਹੀ ਪ੍ਰੋਗਰਾਮ ਆਫੀਸ਼ੀਅਲੀ ਮੰਨਿਆ ਜਾਊਗਾ। ਭਾਰਤੀ ਕਿਸਾਨ ਏਕਤਾ ਟੀਮ ਵੱਲੋਂ ਇੱਕ ਪ੍ਰੈਸ ਕਾਨਫਰੰਸ ਬੁਲਾਈ। ਕਾਫੀ ਸਵਾਲ ਸਨ, ਕਾਫੀ ਜਵਾਬ ਸਨ। ਇਸ ਤੋਂ ਇੱਕ ਗੱਲ ਤਾਂ ਜ਼ਾਹਿਰ ਹੁੰਦੀ ਹੈ ਕਿ ਭਾਰਤੀ ਕਿਸਾਨ ਏਕਤਾ ਟੀਮ ਦੇ ਜੋ ਅਸਲੀ ਸਿਰਜਣਹਾਰ ਨੇ, ਜਿਨ੍ਹਾਂ ਦੇ ਖੂਨ ਪਸੀਨੇ ਦੇ ਨਾਲ ਇਹ ਭਾਰਤੀ ਕਿਸਾਨ ਏਕਤਾ ਟੀਮ ਖੜੀ ਹੋਈ ਹੈ, ਅੱਜ ਉਹ ਸਾਹਮਣੇ ਆਏ ਨੇ। ਕਾਫੀ ਸਵਾਲਾਂ ਦੇ ਘੇਰੇ ਵਿੱਚ ਹੈ ਭਾਰਤੀ ਕਿਸਾਨ ਏਕਤਾ ਟੀਮ ਕਿ ਆਖਿਰ ਜੋ ਅਸਲੀ ਸਿਰਜਣਹਾਰ ਸਨ ਉਹ ਕੈਮਰੇ ਦੇ ਪਿੱਛੇ ਕਿਉਂ ਸਨ। ਸਵਾਲ ਹੋਰ ਵੀ ਨੇ ਤੇ ਜਵਾਬ ਹੋਰ ਵੀ ਨੇ। ਫਿਲਹਾਲ ਅੱਗੇ ਦੀ ਕੀ ਅਪਡੇਟ ਰਹਿੰਦੀ ਹੈ, ਹਰ ਅਪਡੇਟ ਲਈ ਸਾਡੇ ਨਾਲ ਜੁੜੇ ਰਹੋ। BB News ਤੱਕ।